ਫਿਰ ਸਰੀਰ ਵਾਰਨਿੰਗ ਦਿੰਦਾ, ਭਾਈ ਥੱਕਿਆ ਪਿਆ, ਬਹੁਤ ਜ਼ਿਆਦਾ ਕੰਮ ਹੋ ਗਿਆ, ਥੋੜਾ ਜਿਹਾ ਰੈਸਟ ਕਰ, ਮੈਂ ਟੁੱਟ ਫੁੱਟ ਸਾਂਭ ਲਵਾਂ, ਮੈਂ ਰਿਪੇਅਰ ਕਰ ਲਵਾਂ, ਤੇ ਅਸੀਂ ਉਹਨੂੰ ਕਹਿੰਦੇ 2 ਕੱਪ ਕੌਫੀ ਹੋਰ ਲਿਆ ਭਾਈ, ਅੱਜ ਕੰਮ ਵੱਧ ਹੈ। ਇਹ ਅਸੀਂ ਜ਼ਿੰਦਗੀ ਛੋਟੀ ਕਰ ਰਹੇ ਹੁੰਦੇ ਹਾਂ। ਹਜ਼ਾਰਾਂ ਨਹੀਂ, ਸ਼ਾਇਦ ਕਰੋੜਾਂ ਹੀ ਲੋਕ ਹੋਣਗੇ ਜਿਨ੍ਹਾਂ ਤੇ ਰਿਸਰਚ ਹੋਈ, ਕਿਉਂਕਿ ਵਿਰਲਾ ਹੀ ਹੈ ਕੋਈ, ਜੇ ਅੱਜ ਦੇ ਦਿਨ ਆਪਾਂ ਸੋਚੀਏ, ਜਿਹਨੂੰ ਕਦੇ ਪੀੜ ਹੀ ਨਾ ਹੋਈ ਹੋਵੇ। ਜਿਨ੍ਹਾਂ 'ਚ ਅਸੀਂ ਆਪ ਮੈਗਨੀਸ਼ੀਅਮ ਦੀ ਘਾਟ ਕਰਾਈ, ਉਹਨਾਂ 'ਚ ਸਿਰ ਪੀੜ ਹੋਣ ਦਾ 35% ਯਾਨੀ ਕਾਰਨ, ਯਾਨੀ ਗੁਣਾ, ਜਾਂ 35 ਗੁਣਾ ਉਹਨਾਂ ਨੂੰ ਵੱਧ ਰਿਸਕ ਹੋ ਗਿਆ ਕਿ ਇਹ ਸਿਰ ਪੀੜ ਹੋਣ ਲੱਗ ਗਈ। ਰਾਤ ਨੂੰ ਪਾਲਕ ਰੈਗੂਲਰ ਜਾਂ ਕਾਲੇ ਰਾਜਮਾ, ਜੋ ਕਿ ਅਸੀਂ ਆਮ ਤੌਰ ਤੇ ਕਹਿੰਦੇ ਹਾਂ ਕਿ ਰਾਤ ਨੂੰ ਵਾਈ ਨੇ ਖਾਣੇ ਨਹੀਂ, ਸਗੋਂ ਅਸੀਂ ਇਹ ਪੁੱਠਾ ਕੰਮ ਕੀਤਾ ਕਿ ਮੈਗਨੀਸ਼ੀਅਮ ਸਗੋਂ ਦਿਨੇ ਵੱਧ ਵਾਈ ਹੁੰਦੀ ਹੈ। ਸਾਡੇ ਤਾਂ ਜੀ ਵਾਲ ਝੜਨ ਲੱਗ ਗਏ, ਅਸੀਂ ਕਹਿ ਦਿੰਦੇ ਉਮਰ ਨਾਲ ਹੋ ਗਿਆ, ਪਰ ਅਸਲ ਵਿੱਚ ਸਾਡਾ ਸਰੀਰ ਇੱਕ ਵਾਰਨਿੰਗ ਦੇ ਰਿਹਾ ਹੁੰਦਾ। ਮਾਂ ਦੀ ਦਾਲ ਨੂੰ ਬਹੁਤ ਸਾਰੇ ਅਸੀਂ ਆਪਣੇ ਮਨਾਂ ਵਿੱਚ ਵਾੜੇ ਹੋਏ ਨੇ ਵਹਿਮ ਕਿ ਵਾਈ ਵੱਧਦੀ ਹੈ, ਫਲਾਣਾ ਟਮਕਾਣਾ, ਜਦ ਕਿ ਉਹਨੂੰ ਦਾਲਾਂ ਦੀ ਮਹਾਰਾਣੀ ਦਾ ਨਾਂ ਦੇ ਦਿੱਤਾ ਗਿਆ। ਇੰਨੇ ਉਹਦੇ ਫਾਇਦੇ। ਸੋਜ਼ਿਸ਼ ਘਟਾ ਦਿੰਦੀ ਹੈ, ਸੋ ਹਲਦੀ ਵਾਕਈ ਅਸਰਦਾਰ ਹੈ, ਪਰ ਕਿੰਨੀ, ਤੁਸੀਂ ਵੀ ਹੱਸੋਗੇ ਜੇ ਮੈਂ ਦੱਸਾਂ ਕਿ ਇੱਕ ਬੰਦੇ ਲਈ ਸਾਰੇ ਦਿਨ 'ਚ 24 ਘੰਟਿਆਂ ਵਿੱਚ ਪੌਣਾ ਚਮਚ ਹਲਦੀ ਬਹੁਤ ਹੁੰਦੀ ਜੇ, ਜੋ ਕਿ ਮੇਰਾ ਖਿਆਲ ਹੈ ਆਪਾਂ ਸਬਜ਼ੀਆਂ 'ਚ ਹੀ ਪਾ ਕੇ ਲੈ ਲੈਂਦੇ ਹਾਂ। ਤੇ ਦੂਸਰੀ ਬੜੀ ਮਜ਼ੇਦਾਰ ਗੱਲ ਇਹ ਹੈ ਕਿ ਹਲਦੀ ਦੁੱਧ ਵਿੱਚ ਹਜ਼ਮ ਹੁੰਦੀ ਨਹੀਂ। ਕਰੋਨਾ ਨਾਂ ਦੀ ਬਿਮਾਰੀ ਦੀ ਚਰਚਾ ਵੀ ਹੈਗੀ ਆ, ਇਹਨੂੰ ਹੁਣ ਸਾਲ 1.5 ਸਾਲ ਹੋ ਗਿਆ, ਪਹਿਲੀ ਵੇਵ ਆਈ, ਫਿਰ ਦੂਜੀ ਆਈ, ਹੁਣ ਇੱਕ ਤੀਜੀ ਵੇਵ ਦੀ ਵੀ ਚਰਚਾ ਚੱਲ ਪਈ। ਇਹ ਤੀਸਰੀ ਵੇਵ ਜਿਹੜੀ ਹੈ, ਇਹਦੇ ਬਾਰੇ ਕਿਹਾ ਜਾਂਦਾ ਕਿ ਸ਼ਾਇਦ ਇਹ ਬੱਚਿਆਂ ਲਈ ਘਾਤਕ ਹੈ। ਥਰਡ ਵੇਵ ਦੇ ਵਿੱਚ ਜਿਹੜਾ ਅਸਰ ਹੁੰਦਾ ਜੇ, ਕਿਉਂ ਮੌਤਾਂ ਕਿਉਂ ਹੋਈਆਂ ਸੀ, ਸਾਡੇ ਵੈਂਟੀਲੇਟਰ ਦਾ ਰੌਲਾ ਤਾਂ ਬਹੁਤ ਪਿਆ, ਪਰ ਅੱਜ ਤਾਂ ਹੁਣ ਖੋਜਾਂ ਸਪਸ਼ਟ ਕਰ ਚੁੱਕੀਆਂ ਨੇ ਕਿ ਵੈਂਟੀਲੇਟਰ ਤੇ ਸਗੋਂ ਮੌਤ ਹੁੰਦੀ ਹੈ। ਪ੍ਰੋਗਰਾਮ ਪ੍ਰਾਈਮ ਹੈਲਥ ਵਿੱਚ ਮੈਂ ਗੁਰਪ੍ਰੀਤ ਸੰਧਾਵਾਲੀਆ ਤੁਹਾਡਾ ਸਾਰਿਆਂ ਦਾ ਸਵਾਗਤ ਕਰਦਾ ਜੀ। ਇਸ ਪ੍ਰੋਗਰਾਮ ਦੇ ਵਿੱਚ ਆਪਾਂ ਗੱਲਬਾਤ ਕਰਦੇ ਹਾਂ ਡਾਕਟਰ ਸਾਹਿਬ ਦੇ ਨਾਲ, ਤੇ ਗੱਲ ਚੱਲਦੀ ਹੈ ਕਿ ਜਿਹੜੀ ਖੁਰਾਕ ਹੈ, ਜੇ ਆਪਾਂ ਸਹੀ ਖਾਣ ਲੱਗ ਜਾਈਏ ਤੇ ਫਿਰ ਆਪਣੇ ਬਹੁਤ ਸਾਰੇ ਬੈਨੀਫਿਟ ਨੇ, ਤੇ ਜੇ ਆਪਾਂ ਖੁਰਾਕ ਗਲਤ ਖਾ ਲਈ ਤੇ ਫਿਰ ਆਪਾਂ ਕਈ ਤਰ੍ਹਾਂ ਦੀਆਂ ਬਿਮਾਰੀਆਂ ਦੇ ਕਾਬੂ ਆ ਜਾਂਦੇ ਹਾਂ। ਸੋ ਸਾਡੀ ਇਹੀ ਕੋਸ਼ਿਸ਼ ਹੁੰਦੀ ਹੈ ਕਿ ਵੀ ਇਸ ਪ੍ਰੋਗਰਾਮ ਦੇ ਵਿੱਚ ਜਿਹੜੀ ਚੰਗੀ ਖੁਰਾਕ ਹੈ, ਉਹਨੂੰ ਖਾਣ ਦਾ ਸਹੀ ਤਰੀਕਾ, ਜਾਂ ਬਹੁਤ ਸਾਰੀਆਂ ਮੁਸ਼ਕਲਾਂ ਜੇ ਆਪਾਂ ਨੂੰ ਆਉਂਦੀਆਂ ਨੇ ਤਾਂ ਉਹਨਾਂ ਨੂੰ ਦੂਰ ਕਰਨ ਲਈ ਕਿਹੜੀ ਖੁਰਾਕ ਵਾਲੇ ਪਾਸੇ ਜਾਇਆ ਜਾਵੇ, ਉਹਦਾ ਜ਼ਿਕਰ ਕਰੀਏ। ਅੱਜ ਇਸ ਵਕਤ ਫਿਰ ਮੇਰੇ ਨਾਲ ਡਾਕਟਰ ਹਰਸ਼ਿੰਦਰ ਕੌਰ ਹੋਰੀ ਨੇ, ਆਪਾਂ ਉਹਨਾਂ ਦਾ ਸਵਾਗਤ ਕਰਦੇ ਹਾਂ। ਡਾਕਟਰ ਸਾਹਿਬ ਬਹੁਤ ਬਹੁਤ ਸਵਾਗਤ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਤੇ ਤੁਹਾਡੇ ਰਾਹੀਂ ਸਾਰੇ ਸੁਣਨ ਵਾਲਿਆਂ ਨੂੰ ਵੀ ਨਿੱਘੀ ਫਤਿਹ। ਸਤਿ ਸ਼੍ਰੀ ਅਕਾਲ ਡਾਕਟਰ ਸਾਹਿਬ। ਗੱਲ ਇਹ ਆ ਕਿ ਅੱਜ ਦੀ ਡੇਟ ਦੇ ਵਿੱਚ ਜਿਹੜੀ ਖੁਰਾਕ ਹੈ ਨਾ ਜੀ, ਉਹ ਬੜੀ ਇੰਪੋਰਟੈਂਟ ਆ, ਪਰ ਮੁਸ਼ਕਿਲ ਇਹ ਆ ਕਿ ਵੀ ਜਾਂ ਤਾਂ ਸਾਨੂੰ ਸ਼ੁੱਧ ਖੁਰਾਕ ਨਹੀਂ ਮਿਲਦੀ, ਤੇ ਜੇ ਮਿਲ ਜਾਵੇ ਤੇ ਫਿਰ ਕਈ ਵਾਰ ਸਾਨੂੰ ਇਹ ਨਹੀਂ ਸਮਝ ਆਉਂਦੀ ਵੀ ਕਿਹੜੀ ਚੀਜ਼ ਅਸੀਂ ਵੱਧ ਘੱਟ ਖਾ ਲੈਂਦੇ ਹਾਂ, ਅਤੇ ਉਹਦੇ ਤੋਂ ਬਾਅਦ ਫਿਰ ਕੋਈ ਨਾ ਕੋਈ ਜਦੋਂ ਬਿਮਾਰੀ ਉਤਪੰਨ ਹੋ ਜਾਂਦੀ ਹੈ, ਅਤੇ ਫਿਰ ਆਪਾਂ ਖੁਰਾਕ ਤਾਂ ਉਹੀ ਰੱਖਦੇ ਹਾਂ, ਉਹਦੇ ਨਾਲ ਸਗੋਂ ਦਵਾਈਆਂ ਵਾਲੇ ਪਾਸੇ ਆ ਜਾਂਦੇ ਹਾਂ। ਸੋ ਚੰਗੀ ਖੁਰਾਕ ਅਤੇ ਸਹੀ ਖੁਰਾਕ ਵਾਲੇ ਪਾਸੇ ਵੀ ਅੱਜ ਜੇ ਆਪਾਂ ਜ਼ਿਕਰ ਕਰਨਾ ਸ਼ੁਰੂ ਕਰੀਏ, ਤਾਂ ਅੱਜ ਕਿਹੜੇ ਪਾਸੇ ਸ਼ੁਰੂ ਕਰਨਾ ਜੀ? ਜੀ ਬਿਲਕੁਲ, ਮੈਂ ਤੁਹਾਡੇ ਨਾਲ ਸਹਿਮਤ ਹਾਂ, ਕਿਉਂਕਿ ਥੋੜ੍ਹੀ ਬਹੁਤ ਵੀ ਖੁਰਾਕ ਜਦੋਂ ਉੱਪਰ ਨੀਵੀਂ ਹੋ ਜਾਵੇ ਤਾਂ ਅਸੀਂ ਉਹਦਾ ਇੰਪੋਰਟੈਂਸ, ਉਹਦਾ ਰੋਲ ਕੀ ਹੈ ਸਾਡੇ ਸਰੀਰ ਨੂੰ ਸਿਹਤਮੰਦ ਰੱਖਣ ਵਿੱਚ, ਉਹਨੂੰ ਅਸੀਂ ਸ਼ਾਇਦ ਕਿਤੇ ਪਾਸੇ ਸੁੱਟ ਛੱਡਿਆ। ਕਿਉਂਕਿ ਮੌਜੂਦਾ ਸਾਇੰਸ ਹੀ ਕੁਝ ਅਜਿਹੀ ਹੈ ਕਿ ਜਿਹਨੇ ਨਵੀਆਂ ਤੋਂ ਨਵੀਆਂ ਇਜਾਦਾਂ ਰਾਹੀਂ ਸਾਨੂੰ ਇਹ ਦੱਸ ਦਿੱਤਾ ਹੈ ਕਿ ਇੱਕ ਗੋਲੀ ਹੀ ਖਾ ਲਓਗੇ ਜਿਵੇਂ ਮਿਸਾਲ ਵਜੋਂ ਤਾਂ ਪੀੜ ਠੀਕ ਹੋ ਸਕਦੀ ਹੈ। ਸੋ ਅਸੀਂ ਬਹੁਤੀ ਮਿਹਨਤ ਨਹੀਂ ਕਰਦੇ ਕਿ ਪੀੜ ਹੋਈ ਕਿਉਂ। ਜੀ। ਸੋ ਕਾਰਨ ਤਾਂ ਉੱਥੇ ਖੜਾ ਹੈ ਕਿ ਜਿਸ ਦਿਨ ਸਾਨੂੰ ਸਮਝ ਆ ਜਾਏਗੀ ਕਿ ਸਾਡੇ ਇਸ ਹਾਲ ਤੱਕ ਸਰੀਰ ਪਹੁੰਚਿਆ ਕਿਉਂ, ਜਿੱਥੇ ਪੀੜ ਹੋਣ ਲੱਗੀ, ਤੇ ਕੀ ਕੁਦਰਤੀ ਤੱਤ ਨੇ ਸਾਡੇ ਸਰੀਰ ਦੇ ਅੰਦਰ ਜਿਹੜੇ ਨੈਚੁਰਲ ਨੇ, ਤੇ ਪੀੜ ਤੋਂ ਸਾਨੂੰ ਨਿਜਾਤ ਦਿਵਾ ਦਿੰਦੇ ਨੇ, ਪੀੜ ਮਹਿਸੂਸ ਹੋਣ ਤੋਂ ਹੀ ਸਾਨੂੰ ਘਟ ਜਾਂਦੀ ਹੈ, ਤੇ ਕਿਵੇਂ ਉਹ ਮਾੜੀ ਖੁਰਾਕ ਉਹ ਸਾਰੇ ਜਿਹੜੇ ਇਹ ਤੱਤ ਨਿਕਲਣ ਨੂੰ ਰੋਕਦੀ ਹੈ, ਜੋ ਕਿ ਹਲਕੀ ਪੀੜ ਵੀ ਸਾਨੂੰ ਵੱਧ ਲੱਗਣ ਲੱਗ ਜਾਂਦੀ ਹੈ। ਸੋ ਇਹ ਸਾਰਾ ਚੱਕਰ ਵਿਊ ਬੜਾ ਐਸਾ ਹੈ ਕਿ ਜੇ ਸਾਨੂੰ ਸਮਝ ਨਾ ਹੋਵੇ ਤਾਂ ਅਸੀਂ ਥੋੜ੍ਹੀ ਬਹੁਤ ਪੀੜ ਨੂੰ ਵੀ ਜਰ ਨਹੀਂ ਸਕਦੇ ਤੇ ਚੀਕਾਂ ਮਾਰਨ ਲੱਗ ਜਾਂਦੇ ਹਾਂ। ਬਿਲਕੁਲ ਜੀ।
ਇਹਦੇ 'ਚ ਕੋਈ ਜਿਹੜੀ ਪਾਰਟੀਕੂਲਰ ਪੀੜ ਦੀ ਆਪਾਂ ਗੱਲ ਕਰਦੇ ਹਾਂ ਡਾਕਟਰ ਸਾਹਿਬ, ਇਹ ਕੋਈ ਖਾਸ ਕਾਰਨ ਹੁੰਦੇ ਆ ਜੀ? ਕੋਈ ਕਿਸੇ ਚੀਜ਼ ਦੀ ਵਾਧ ਘਾਟ ਹੁੰਦੀ ਆ, ਤੇ ਜੇ ਹੁੰਦੀ ਆ ਤੇ ਕਿਹੜੀ ਚੀਜ਼ ਦੀ ਹੁੰਦੀ ਆ, ਤੇ ਫਿਰ ਉਹਦਾ ਹੱਲ ਕੀ ਹੈ ਜੀ? ਜੀ, ਇਹਦੇ ਅਸਲ 'ਚ ਖੋਜਾਂ ਚੱਲੀਆਂ 21 ਤੋਂ 22 ਸਾਲ ਵੱਖੋ ਵੱਖਰੀ ਥਾਂ ਤੇ, ਕਿਤੇ 16 ਸਾਲ, ਕਿਤੇ 22 ਸਾਲ। ਸੋ ਇਹ ਲੰਬੀਆਂ ਖੋਜਾਂ ਚੱਲੀਆਂ ਜਿਨ੍ਹਾਂ ਰਾਹੀਂ ਮੇਰਾ ਖਿਆਲ ਹੈ ਕਿ ਹਜ਼ਾਰਾਂ ਨਹੀਂ ਸ਼ਾਇਦ ਕਰੋੜਾਂ ਹੀ ਲੋਕ ਹੋਣਗੇ ਜਿਨ੍ਹਾਂ ਤੇ ਰਿਸਰਚ ਹੋਈ, ਕਿਉਂਕਿ ਵਿਰਲਾ ਹੀ ਹੈ ਕੋਈ ਜੇ ਅੱਜ ਦੇ ਦਿਨ ਆਪਾਂ ਸੋਚੀਏ ਜਿਹਨੂੰ ਕਦੇ ਪੀੜ ਹੀ ਨਾ ਹੋਈ ਹੋਵੇ ਜੀ। ਭਾਵੇਂ ਉਹ ਸਿਰ ਦੀ ਹੋਵੇ, ਉਂਗਲ ਦੀ ਹੋਵੇ, ਪੈਰ ਦੀ ਹੋਵੇ, ਢਿੱਡ ਪੀੜ ਹੋਵੇ, ਯਾਨੀ ਕਿਸੇ ਹੀ ਕਿਸਮ ਦੀ ਜਾਂ ਜੋੜਾਂ ਦੀ ਦਰਦ ਤੇ ਕੋਈ ਵਿਰਲਾ ਹੈ ਜਿਹੜਾ ਕਹੇ ਮੈਨੂੰ ਕਦੇ ਹੋਈ ਹੀ ਨਹੀਂ। ਸੋ ਇਹਦਾ ਮਤਲਬ ਸਮਝ ਲਓ ਕਿ ਲਗਭਗ ਦੁਨੀਆ ਦੇ ਹਰ ਬੰਦੇ ਤੇ ਇਨਕਲੂਡਿੰਗ ਕੀ ਜਾਨਵਰ ਤੇ ਕੀ ਚਿੜੀਆਂ, ਹਰ ਇੱਕ ਤੇ ਵੱਖੋ ਵੱਖਰੀ ਖੋਜ ਹੋਈ ਤੇ ਸਭ ਦਰਦ ਮਹਿਸੂਸ ਕਰਦੇ ਨੇ ਜੀ। ਕੀ ਕੁਝ ਸਰੀਰ 'ਚ ਵਾਪਰਦਾ ਹੈ, ਜੇ ਉਹ ਸਮਝ ਆਵੇ ਤਾਂ ਆਪਾਂ ਖੁਰਾਕ ਛੇਤੀ ਠੀਕ ਕਰ ਸਕਦੇ ਹਾਂ। ਇੱਕ ਛੋਟੀ ਜਿਹੀ ਐਗਜ਼ਾਮਪਲ ਦੱਸਦੀ ਹਾਂ। ਮਿਲਣ ਨੂੰ ਭਾਵੇਂ ਕੁਝ ਵੀ ਨਾ ਹੋਵੇ, ਇੱਕ ਮੈਗਨੀਸ਼ੀਅਮ ਵਰਗੀ ਚੀਜ਼ ਜਿਹਨੂੰ ਸ਼ਾਇਦ ਅਸੀਂ ਮਹੱਤਤਾ ਵੀ ਨਹੀਂ ਦਿੰਦੇ, ਅਸੀਂ ਆਪ ਸਾਡੇ ਕਿਤਾਬਾਂ ਵਿੱਚ ਵੀ ਪਹਿਲਾਂ ਨਹੀਂ ਸੀ ਲਿਖਿਆ ਹੁੰਦਾ ਕਿ ਕੀ ਸ਼ੈ ਤੇ ਕਿਹਦੇ ਵਿੱਚੋਂ ਆਣੀ ਹੈ, ਕੀ ਖੁਰਾਕ ਰਾਹੀਂ ਜਾਣੀ ਹੈ ਜਾਂ ਨਹੀਂ। ਤੇ ਜਦੋਂ ਹੁਣ 70% ਆਬਾਦੀ ਜੋ ਲੱਭੀ ਕਿ ਇੱਕ ਇਹ ਮੈਗਨੀਸ਼ੀਅਮ ਵੀ ਕੋਈ ਚੀਜ਼ ਹੁੰਦੀ ਹੈ ਜਿਹਦੀ ਕਮੀ ਨਾਲ ਕੋਈ ਤੁਸੀਂ ਬਿਮਾਰੀਆਂ ਕਰ ਸਕਦੇ ਹੋ, ਤੇ ਫਿਰ ਉਹਦੇ 'ਚ ਇਹ ਸਮਝੋ ਕਿ ਬਿਮਾਰੀ ਦਾ ਇੱਕ ਮੁੱਖ ਕਾਰਨ ਹੀ ਲੱਭ ਗਿਆ ਕਿ ਦਰਦਾਂ ਜੇ ਖਾਸ ਕਰ ਜੋੜਾਂ ਦੀਆਂ ਹੋਣੀਆਂ ਤਾਂ ਮੈਗਨੀਸ਼ੀਅਮ ਦੀ ਕਮੀ ਕਾਰਨ ਹੋਣੀ ਹੈ। ਹੁਣ ਇਹੋ ਜਿਹੀਆਂ ਨੇ ਵੱਖੋ ਵੱਖਰੀਆਂ ਚੀਜ਼ਾਂ ਸਰੀਰ 'ਚ ਜਿਨ੍ਹਾਂ ਦੀ ਕਮੀ ਸਾਨੂੰ ਬਿਮਾਰੀ ਵੱਲ ਤੋਰ ਦਿੰਦੀ ਜੇ, ਤੇ ਜਿਹੜੀ ਲੰਮੇ ਸਮੇਂ ਤੋਂ ਇਹ ਇੰਪੋਰਟੈਂਟ ਚੀਜ਼ ਹੈ ਕਿ ਜਦੋਂ ਦਰਦ ਉਦੋਂ ਸ਼ੁਰੂ ਹੁੰਦੀ ਜੇ ਜਦੋਂ ਸਾਡਾ ਸਰੀਰ ਆਪਣੀ ਪੂਰੀ ਵਾਹ ਲਾ ਚੁੱਕਿਆ ਹੁੰਦਾ ਕਿ ਮੈਂ ਇਹ ਵੀ ਕਰ ਲਵਾਂ, ਮੈਗਨੀਸ਼ੀਅਮ ਘੱਟ ਹੈ ਕੋਈ ਨਾ, ਮੈਂ ਹੋਰ ਦੂਜਾ ਤੱਤ ਵਧਾ ਲਵਾਂ ਜਾਂ ਮੈਂ ਉਹਦੇ ਤੋਂ ਕੰਮ ਲੈ ਲਵਾਂ ਜਾਂ ਇਸ ਜੋੜ ਦੀ ਕਾਰਟਿਲੇਜ ਨਹੀਂ ਫालतू ਕੰਮ ਲੈ ਲਵਾਂ। ਸੋ ਆਪਣਾ ਪੂਰਾ ਵਾਹ ਜਦੋਂ ਲਾ ਕੇ ਥੱਕ ਜਾਂਦਾ ਫਿਰ ਉਹ ਅਸਰ ਸ਼ੁਰੂ ਹੁੰਦੇ ਨੇ, ਤੇ ਅਸੀਂ ਫਿਰ ਨਿਜਾਤ ਜਦੋਂ ਪਾਣਾ ਚਾਹੁੰਦੇ ਹਾਂ ਅਸੀਂ ਕਹਿੰਦੇ ਹਾਂ 10 ਮਿੰਟ ਹੋ ਜੇ, ਉਹ ਹੋ ਨਹੀਂ ਸਕਦਾ। ਸੋ ਜਦ ਤੱਕ ਅੰਦਰਲੀ ਘਾਟ ਬਾਰੇ ਸਰੀਰ ਦੀ ਸਮਝ ਨਾ ਹੋਵੇ ਕਿ ਕਿਹੜੀ ਖੁਰਾਕ ਅਸੀਂ ਠੀਕ ਨਹੀਂ ਲਈ, ਉਦੋਂ ਤੱਕ ਇਲਾਜ ਅਸੰਭਵ ਹੋ ਜਾਂਦਾ ਹੈ। ਬਿਲਕੁਲ ਸਹੀ। ਇਹ ਮੈਗਨੀਸ਼ੀਅਮ ਦੀ ਘਾਟ ਦੀ ਤੁਸੀਂ ਗੱਲ ਕੀਤੀ ਹੈ, ਇਹ ਕੋਈ ਨਵੀਂ ਖੋਜ ਆਈ ਹੈ, ਤੇ ਜੇ ਇਹਦੀ ਘਾਟ ਹੁੰਦੀ ਆ ਤੇ ਉਹ ਕਿਉਂ ਹੁੰਦੀ ਹੈ? ਦੇਖੋ ਹੁਣ ਮੈਗਨੀਸ਼ੀਅਮ ਦੀ ਵੀ ਬੜੀ ਮਜ਼ੇਦਾਰ ਖੋਜ ਨਿਕਲੀ, ਕਰ ਰਹੇ ਸਨ ਚੂਹਿਆਂ ਦੇ ਉੱਤੇ ਖੋਜ, ਜੋ ਕਰਦੇ ਕਰਾਂਦੇ ਹੌਲੀ ਹੌਲੀ ਪਹੁੰਚੇ ਕਿ ਰੂਟੀਨ ਦੇ ਵਿੱਚ ਹੀ ਟੈਸਟ ਕਰਾਣੇ ਸ਼ੁਰੂ ਕੀਤੇ। ਜਦੋਂ ਪਤਾ ਲੱਗਦਾ ਨਾ ਕੋਈ ਨਵੀਂ ਚੀਜ਼ ਆਈ ਹੈ ਤੇ ਸਾਰਿਆਂ ਨੂੰ ਹੀ ਸ਼ੌਕ ਪੈ ਜਾਂਦਾ। ਜਿਵੇਂ ਹੁਣ ਵਿਟਾਮਿਨ ਡੀ ਘੱਟ ਹੈ ਤੇ ਮੇਰਾ ਖਿਆਲ ਹੈ ਦੁਨੀਆ ਭਰ ਦਾ ਹੀ ਬੰਦਾ ਜਿਹਨੂੰ ਥੋੜਾ ਬਹੁਤ ਗਿਆਨ ਹੋਵੇ ਆਪਣਾ ਟੈਸਟ ਕਰਾਈ ਫਿਰਦਾ ਮੇਰਾ ਵਿਟਾਮਿਨ ਡੀ ਕਿੰਨਾ ਜੀ। ਸੋ ਉਸੇ ਤਰ੍ਹਾਂ ਜਦੋਂ ਮੈਗਨੀਸ਼ੀਅਮ ਬਾਰੇ ਪਤਾ ਲੱਗਾ ਸਭ ਨੇ ਕਰਾਣੇ ਸ਼ੁਰੂ ਕੀਤੇ ਤਾਂ ਇਹ ਵੇਖਣ ਵਿੱਚ ਆਇਆ ਕਿ ਮੈਗਨੀਸ਼ੀਅਮ ਜਿਸ 'ਚ ਘੱਟ ਹੋਵੇ ਜਿਨ੍ਹਾਂ 'ਚ ਉਹ ਮਿਗਰੇਨ ਦੇ ਸ਼ਿਕਾਰ ਜ਼ਿਆਦਾ ਹੁੰਦੇ ਨੇ। ਯਾਨੀ ਜਿਹਨੇ ਵੀ ਸਿਰ ਪੀੜ ਹੁੰਦੀ ਸੀ ਖਾਸ ਤੌਰ ਤੇ ਅੱਧੇ ਸਿਰ ਪੀੜ ਦੀ ਜਾਂ ਵੈਸੇ ਹੀ ਜ਼ਿਆਦਾ ਸਿਰ ਪੀੜ ਰਹਿੰਦੀ ਹੋਵੇ ਤਾਂ ਰੂਟੀਨ ਟੈਸਟਾਂ ਵਿੱਚ ਹੀ ਲੱਭਿਆ ਕਿ ਉਹਨਾਂ ਸਾਰਿਆਂ ਵਿੱਚ ਹੀ ਘੱਟ ਸੀ। ਫਿਰ ਜਾਣ ਬੁੱਝ ਕੇ ਘੱਟ ਕਰਾਇਆ ਗਿਆ। ਜਾਣ ਬੁੱਝ ਕੇ ਦਾ ਮਤਲਬ ਹੈ ਪਹਿਲਾਂ ਮੈਂ ਸਿੰਪਲ ਜੀ ਚੀਜ਼ ਦੱਸ ਦਵਾਂ ਹੈ ਕਿ ਮੈਗਨੀਸ਼ੀਅਮ ਯਾਨੀ ਸਿੰਪਲ ਪਾਲਕ, ਪੇਠੇ ਦੇ ਬੀਜ, ਬਦਾਮ, ਕਾਲੇ ਰਾਜਮਾ ਜਾਂ ਐਵੋਕੈਡੋ, ਕੇਲਾ, ਅੰਜੀਰ, ਯਾਨੀ ਇਹ ਆਮ ਚੀਜ਼ਾਂ 'ਚ ਹੀ ਹੈ। ਪਰ ਕਿਉਂਕਿ ਅਸੀਂ ਇਹ ਚੀਜ਼ਾਂ ਖਾਣੀਆਂ ਛੱਡ ਚੁੱਕੇ ਹਾਂ ਤੇ ਬਾਕੀਆਂ 'ਚ ਮਾਤਰਾ ਬਹੁਤ ਘੱਟ ਹੈ ਤੇ ਖਾਸ ਕਰ ਜੋ ਅਸੀਂ ਰੂਟੀਨ ਖਾਣੇ ਖਾਂਦੇ ਹਾਂ ਉਹਨਾਂ 'ਚ ਨਹੀਂ ਹੈ ਇੰਨਾ ਜ਼ਿਆਦਾ। ਸੋ ਇਹਨੂੰ ਕੋਈ ਇੰਨੀ ਇੰਪੋਰਟੈਂਸ ਵੀ ਨਹੀਂ ਸੀ ਦਿੱਤੀ ਗਈ। ਕਾਰਨ ਇਹ ਹੋਇਆ ਫਿਰ ਕਿ ਦੇਖਿਆ ਜਿਨ੍ਹਾਂ ਨੂੰ ਮਾਈਗ੍ਰੇਨ ਹੋ ਰਹੀ ਜਾਂ ਜਿਨ੍ਹਾਂ ਦੇ ਦਰਦ ਸਿਰ 'ਚ ਜ਼ਿਆਦਾ ਰਹਿੰਦੀ ਹੈ, ਕਦੇ ਅਸੀਂ ਅੱਖਾਂ ਟੈਸਟ ਕਰਾਉਂਦੇ ਰਹੇ, ਕਦੇ ਕੁਛ ਕਿਸੇ ਨਾ ਕਦੇ ਕਹਿੰਦੇ ਸੀ ਤਣਾਅ ਹੋ ਗਿਆ, ਪਰ ਜਦੋਂ ਅਖੀਰ 'ਚ ਲੱਭਿਆ ਕਿ ਜਿਨ੍ਹਾਂ 'ਚ ਅਸੀਂ ਆਪ ਮੈਗਨੀਸ਼ੀਅਮ ਦੀ ਘਾਟ ਕਰਾਈ ਉਹਨਾਂ 'ਚ ਸਿਰ ਪੀੜ ਹੋਣ ਦਾ 35% ਯਾਨੀ ਕਾਰਨ ਯਾਨੀ ਗੁਣਾ ਜਾਂ 35 ਗੁਣਾ ਉਹਨਾਂ ਨੂੰ ਵੱਧ ਰਿਸਕ ਹੋ ਗਿਆ ਕਿ ਇਹ ਸਿਰ ਪੀੜ ਹੋਣ ਲੱਗ ਗਈ। ਜਦੋਂ ਉਹਨਾਂ ਨੂੰ 2 ਮਹੀਨੇ ਉੱਕਾ ਹੀ ਮੈਗਨੀਸ਼ੀਅਮ ਖੁਰਾਕ 'ਚੋਂ ਕੱਢ ਦਿੱਤਾ ਗਿਆ ਤਾਂ ਸਿਰ ਪੀੜ ਲਗਾਤਾਰ ਰਹਿਣ ਲੱਗ ਗਈ। ਤੇ ਜਿਵੇਂ ਹੀ ਇਹ ਵਾਪਸ ਸ਼ੁਰੂ ਕੀਤਾ ਗਿਆ ਹੌਲੀ ਹੌਲੀ 3 ਮਹੀਨਿਆਂ ਵਿੱਚ ਉਹ ਸਾਰਾ ਕੁਝ ਠੀਕ ਵੀ ਹੋਣ ਲੱਗ ਗਿਆ। ਤੇ ਉਹਦੇ ਵਿੱਚ ਸ਼ੁਰੂ ਵਿੱਚ ਤਾਂ ਭਾਵੇਂ ਦਵਾਈਆਂ ਦਿੱਤੀਆਂ ਪਰ ਬਾਅਦ ਵਿੱਚ ਦਵਾਈਆਂ ਵੀ ਨਹੀਂ ਦਿੱਤੀਆਂ। ਸੋ ਜੋ ਕਿ ਸਪਸ਼ਟ ਕਰ ਦਿੰਦਾ ਹੈ ਕਿ ਹਾਂ ਮੈਗਨੀਸ਼ੀਅਮ ਦੀ ਘਾਟ ਇਹ ਚੀਜ਼ਾਂ ਕਰਦੀ ਹੈ। ਇੱਕ ਸਿੰਪਲ ਜੀ ਮੈਗਨੀਸ਼ੀਅਮ ਦੀ ਗੱਲ ਕੀਤੀ ਪਰ ਇਹਦੇ ਵਿੱਚ ਵੀ ਹੁਣ 2 ਚੀਜ਼ਾਂ ਹੋਰ ਬੜੀਆਂ ਇੰਟਰਸਟਿੰਗ ਪਤਾ ਲੱਗੀਆਂ ਕਿ ਇਹਦੀ ਡੋਜ਼ ਕੈਲਕੂਲੇਟ ਕਰਨ ਲਈ ਵੀ
ਬਹੁਤ ਔਖਾ ਹੁੰਦਾ ਜੇ ਕਿਸੇ ਨੂੰ ਯਾਨੀ ਦਿੱਤੀ 100, ਕਿਸੇ ਨੂੰ 200, ਕਿਸੇ ਨੂੰ 500 ਮਿਲੀਗ੍ਰਾਮ। ਫਿਰ ਕਰਦੇ ਕਰਾਉਂਦੇ ਜਦੋਂ ਲੱਭਿਆ ਇਹ ਕਿ ਤੁਸੀਂ ਮੈਗਨੀਸ਼ੀਅਮ ਲੈਣੀ ਵੀ ਸਿਰਫ ਰਾਤ ਨੂੰ ਹੁੰਦੀ ਹੈ ਜੀ। ਬੜੀ ਇੰਟਰਸਟਿੰਗ ਜੀ ਗੱਲ ਹੈ, ਕਿਉਂਕਿ ਦਿਨੇ ਲੈਣ ਤੇ ਬਲੋਟਿੰਗ ਜਾਂ ਪੇਟ ਗੈਸ ਅਫਾਰਾ ਜਿਹਾ ਮਹਿਸੂਸ ਹੋਣ ਲੱਗ ਜਾਂਦਾ ਹੈ। ਤੇ ਇਹ ਜਦੋਂ ਰਾਤ ਨੂੰ ਦਿੱਤੀ ਗਈ ਤਾਂ ਬੜੇ ਉਹ ਲੋਕ ਸਨ ਜਿਨ੍ਹਾਂ ਦੇ ਪੱਠਿਆਂ 'ਚ ਖਿੱਚ ਜਿਹੀ ਆ ਰਾਤ ਪੈਣ ਲੱਗਿਆਂ ਦੁਖਦੇ ਜੇ ਹੁਣ ਜੋੜ ਦੁਖ ਰਹੇ ਨੇ, ਤਾਂ ਉਹ ਖਿੱਚ ਤੇ ਪੀੜ ਵਿੱਚ ਵੀ ਆਰਾਮ ਮਿਲਣੀ ਸ਼ੁਰੂ ਹੋ ਗਈ ਬਿਨਾਂ ਦਵਾਈ ਦੇ ਜੀ। ਯਾਨੀ ਉਹਨਾਂ ਨੂੰ ਰਾਤ ਨੂੰ ਪਾਲਕ ਰੈਗੂਲਰ ਜਾਂ ਕਾਲੇ ਰਾਜਮਾ, ਜੋ ਕਿ ਅਸੀਂ ਆਮ ਤੌਰ ਤੇ ਕਹਿੰਦੇ ਹਾਂ ਕਿ ਰਾਤ ਨੂੰ ਵਾਈ ਨੇ ਖਾਣੇ ਨਹੀਂ, ਸਗੋਂ ਅਸੀਂ ਇਹ ਪੁੱਠਾ ਕੰਮ ਕੀਤਾ ਕਿ ਮੈਗਨੀਸ਼ੀਅਮ ਸਗੋਂ ਦਿਨੇ ਵੱਧ ਵਾਈ ਹੁੰਦੀ ਹੈ ਤੇ ਇਹ ਰਾਤ ਨੂੰ ਜੇ ਲਈ ਜਾਵੇ ਤਾਂ ਕੇਲਾ ਜਾਂ ਅੰਜੀਰ, ਜੋ ਕਿ ਪਹਿਲਾਂ ਸਾਡੇ ਵੱਡੇ ਵਡੇਰੇ ਨੂੰ ਬ੍ਰੇਕਫਾਸਟ ਸੀਰੀਅਲ 'ਚ ਕਹਿੰਦੇ ਸਨ ਕੇਲਾ ਸਿਰਫ ਲੈਣਾ, ਤੇ ਅਸੀਂ ਇਹ ਪੁੱਠਾ ਕਰਕੇ ਦੇਖਿਆ ਕਿ ਜਿਹੜੀ ਸਿਰ ਪੀੜ ਜਾਂ ਜੋੜਾਂ ਦੀ ਦਰਦ, ਇਹ ਚੀਜ਼ ਨੂੰ ਆਰਾਮ ਦੇਣ ਲਈ ਸਗੋਂ ਇਹ ਮੈਗਨੀਸ਼ੀਅਮ ਰਿਚ ਫੂਡਸ ਜ਼ਿਆਦਾ ਅਸਰਦਾਰ ਸਾਬਤ ਹੋਏ। ਬਿਲਕੁਲ ਜੀ। ਤੇ ਇਹ ਡਾਕਟਰ ਸਾਹਿਬ ਜਿਹੜੀ ਤੁਸੀਂ ਆ ਖੁਰਾਕਾਂ ਦੱਸੀਆਂ ਨੇ, ਇਹਨਾਂ ਖੁਰਾਕਾਂ ਤੋਂ ਬਿਨਾਂ, ਕਿਉਂਕਿ ਕਈ ਲੋਕ ਇਹ ਸੋਚ ਲੈਂਦੇ ਆ ਕਿ ਯਾਰ ਅਸੀਂ ਤਾਂ ਇਹ ਖਾਂਦੇ ਖੁੰਦੇ ਰਹੀਦਾ, ਇਹਦੇ ਨਾਲ ਕੁਝ ਸਪਲੀਮੈਂਟ ਖਾ ਲਈ। ਜਿੱਦਾਂ ਤੁਸੀਂ ਵਿਟਾਮਿਨ ਡੀ ਦੀ ਗੱਲ ਕੀਤੀ ਤਾਂ ਵਿਟਾਮਿਨ ਡੀ ਦੇ ਵੀ ਸਪਲੀਮੈਂਟਸ ਨੇ, ਬੀ ਦੇ ਸਪਲੀਮੈਂਟਸ ਨੇ, ਸੀ ਦੇ ਨੇ। ਇਸ ਤਰ੍ਹਾਂ ਇਹਦੇ ਵੀ ਕੁਝ ਸਪਲੀਮੈਂਟਸ ਆ ਗਏ ਕਿ ਜਾਂ ਤੁਹਾਨੂੰ ਲੱਗਦਾ ਕਿ ਸਪਲੀਮੈਂਟਸ ਨਾਲੋਂ ਜੇ ਆਪਾਂ ਖੁਰਾਕ ਵਾਲੇ ਪਾਸੇ ਧਿਆਨ ਦਈਏ ਤਾਂ ਜ਼ਿਆਦਾ ਵਧੀਆ? ਜੀ ਬਿਲਕੁਲ, ਸਪਲੀਮੈਂਟਸ ਹਨ ਜਿਹੜੇ ਅਸੀਂ ਅਲੱਗ-ਅਲੱਗ ਪੇਸ਼ੈਂਟਸ ਨੂੰ 200 ਤੋਂ 500 ਮਿਲੀਗ੍ਰਾਮ ਦੇ ਵਿੱਚ ਦਿੰਦੇ ਹਾਂ ਕਿ ਇਹ ਲੈਣੀ ਹੈ। ਪਰ ਵੇਖਣ ਵਿੱਚ ਆਇਆ ਕਿ ਲੋੜੋਂ ਵੱਧ ਮੈਗਨੀਸ਼ੀਅਮ ਖਾ ਲੈਣ ਨਾਲ ਵੀ ਕਾਫੀ ਮਾੜੇ ਅਸਰ ਦਿਸਣੇ ਸ਼ੁਰੂ ਹੋ ਜਾਂਦੇ ਨੇ। ਇਸ ਲਈ ਕੋਸ਼ਿਸ਼ ਇਹ ਕਰੀਦੀ ਹੈ ਕਿ ਤੁਸੀਂ ਘੱਟ ਡੋਜ਼ ਉਹਦੀ ਲਓ, ਉਹ ਵੀ ਡਾਕਟਰੀ ਸਲਾਹ ਨਾਲ, ਪਰ ਬਾਕੀ ਖੁਰਾਕ ਰਾਹੀਂ ਜੇ ਪੂਰੇ ਕਰ ਸਕੋ ਤਾਂ ਬਹੁਤ ਬਿਹਤਰ ਹੈ। ਕਿਉਂਕਿ ਦੇਖੋ ਕੀ ਹੁੰਦਾ, ਜੋ ਇਸ ਵੇਲੇ ਅਮਰੀਕਨ ਅਕੈਡਮੀ ਆਫ ਪੇਨ ਮੈਨੇਜਮੈਂਟ ਹੈ ਇੱਕ, ਜਿਹਨੇ ਬੜੀ ਸਾਲਾਂ ਤੋਂ ਚੱਲੀ ਰਿਸਰਚ, ਜਿਹਦੇ ਰਾਹੀਂ ਜਿਵੇਂ ਡਾਇਬਟੀਜ਼ ਐਸੋਸੀਏਸ਼ਨ ਹੈ, ਜਿਵੇਂ ਹਾਰਟ ਐਸੋਸੀਏਸ਼ਨ ਹੈ ਉੱਥੋਂ ਦੀ, ਉਹਨਾਂ ਨੇ ਇਹ ਚੀਜ਼ ਸਪਸ਼ਟ ਕੀਤੀ ਹੈ ਕਿ ਜਿਹੜੀ ਅਸੀਂ ਖੁਰਾਕ ਅਸਲ 'ਚ ਕਿਵੇਂ ਮਾੜਾ ਅਸਰ ਕਰਦੀ ਹੈ। ਮਿਸਾਲ ਵਜੋਂ ਉਹਨਾਂ ਨੇ ਕਿਹਾ ਕਿ 60%, ਇਹ ਬਹੁਤ ਵੱਡੀ ਗਿਣਤੀ ਜੇ, ਕਿ 60% ਵਿਕਸਿਤ ਮੁਲਕਾਂ ਦੇ ਵਿੱਚ ਜਿਹੜੇ ਲੋਕ ਨੇ ਉਹ ਖੁਰਾਕ ਠੀਕ ਨਹੀਂ ਖਾ ਰਹੇ ਜੀ, ਤੇ ਉਹ ਜ਼ਿਆਦਾਤਰ ਉਹਦੇ 'ਚ ਪ੍ਰੋਸੈਸਡ ਖਾਣੇ ਕਿਸੇ ਨਾ ਕਿਸੇ ਚੀਜ਼ ਰਾਹੀਂ ਚਲੇ ਜਾਂਦੇ ਨੇ, ਜਾਂ ਜੈਨੇਟਿਕਲੀ ਇੰਜੀਨੀਅਰਡ ਹੈ, ਜੋ ਕਿ ਸ਼ਾਇਦ ਪੂਰੇ ਅਮਰੀਕਾ, ਪੂਰੇ ਕੈਨੇਡਾ ਵਿੱਚ, ਬਲਕਿ ਹੁਣ ਤਾਂ ਬਹੁਤ ਵੱਡਾ ਹਿੱਸਾ ਯੂਰਪ 'ਚ ਵੀ ਜੈਨੇਟਿਕਲੀ ਇੰਜੀਨੀਅਰਡ ਖਾਣੇ ਜਾ ਰਹੇ ਨੇ। ਨਾਰਮਲ ਖੁਰਾਕਾਂ ਨਹੀਂ ਹਨ ਜੋ ਕੁਦਰਤੀ ਸਨ ਜੀ। ਹੁਣ ਇਹਨਾਂ ਵਿੱਚ ਸਬਜ਼ੀਆਂ ਫਲਾਂ ਦੀ ਘਾਟ ਸਾਨੂੰ ਦਿਸ ਰਹੀ ਹੈ, ਜਦ ਕਿ ਕਾਫੀ ਹੁਣ ਉਹਦੇ ਪ੍ਰਤੀ ਅਵੇਅਰਨੈਸ ਸ਼ੁਰੂ ਹੋਈ ਹੈ। ਫਿਰ ਕਰਦੇ ਕੀ ਨੇ, ਜਿਵੇਂ ਇਹ ਤੁਸੀਂ ਡਾਈਟ ਖਾਂਦੇ ਹੋ ਪ੍ਰੋਸੈਸਡ ਡਾਈਟ, ਤਾਂ ਇਹਦੇ ਨਾਲ ਸਾਡੇ ਸਰੀਰ ਅੰਦਰ ਇੱਕ CRP ਹੈ, ਪ੍ਰੋਟੀਨ ਹੈ ਜਿਹੜੀ ਵੱਧ ਜਾਂਦੀ ਹੈ। ਉਹ ਜੇ ਇਸ ਮੁਸੀਬਤ ਦੀ ਜੜ, ਜਿਹੜਾ ਇਹ ਸਾਰੀ ਤਰਥੱਲੀ ਮਚਾਉਂਦੀ ਹੈ ਸਰੀਰ 'ਚ, ਵੱਖੋ ਵੱਖਰੀਆਂ ਬਿਮਾਰੀਆਂ, ਭਾਵੇਂ ਉਹ ਕੈਂਸਰ ਹੈ, ਭਾਵੇਂ ਜੋੜਾਂ ਦਾ ਦਰਦ ਹੈ, ਦਿਲ ਦੇ ਰੋਗ ਨੇ, ਇਹ ਸਾਰੀਆਂ ਚੀਜ਼ਾਂ ਹੌਲੀ ਹੌਲੀ ਇੰਟਰਲਿੰਕਡ ਨੇ। ਉਹ ਸਿਰਫ ਖਾਣੇ ਤੋਂ ਹੀ ਸ਼ੁਰੂਆਤ ਹੁੰਦੀ ਹੈ ਜੀ। ਬਿਲਕੁਲ ਇੰਝ ਹੀ ਇੱਕ ਦੂਸਰੀ ਚੀਜ਼ ਬੜੀ ਜੋ ਸਖਤ ਤਬਦੀਲੀ ਜਿਸ ਕਾਰਨ ਕੈਂਸਰ ਵਿੱਚ ਵਾਧਾ ਦਿਸਦਾ, ਉਹ ਇਹ ਕਿ ਜਦੋਂ ਇਹੋ ਜਿਹੇ ਖਾਣੇ ਸਾਡੀਆਂ ਅੰਤੜੀਆਂ ਅੰਦਰ ਜਾਂਦੇ ਨੇ, ਇਹਨਾਂ ਦੇ ਰਾਹੀਂ ਕਈ ਕਿਸਮਾਂ ਦੇ ਜੋ ਤੇਜ਼ ਤੱਤ ਹੁੰਦੇ ਨੇ ਜਾਂ ਕੋਈ ਮਾੜੇ ਕੀਟਾਣੂ ਹੁੰਦੇ ਨੇ, ਉਹ ਸਾਡੀਆਂ ਅੰਤੜੀਆਂ ਬਹੁਤ ਨਰਮ ਰੂਹ ਵਰਗੀਆਂ ਹੁੰਦੀਆਂ, ਜਿਨ੍ਹਾਂ 'ਚ ਬੜੇ ਵਧੀਆ ਕਿਸਮ ਦੇ ਕੀਟਾਣੂ ਦਿੱਤੇ ਹੁੰਦੇ ਨੇ ਜਿਹੜੇ ਸਾਡੇ ਸਰੀਰ ਲਈ ਕੰਮ ਕਰਦੇ ਨੇ ਜੀ। ਯਾਨੀ ਕੁਦਰਤੀ ਕਾਮੇ ਨੇ ਜਿਨ੍ਹਾਂ ਨੇ ਸਾਡੇ ਅੰਦਰ ਬੀ ਕੰਪਲੈਕਸ ਵੀ ਬਣਾਉਣੀ ਹੈ, ਹੋਰ ਮਾੜੇ ਚੀਜ਼ਾਂ ਕੱਢਣੀਆਂ ਵੀ ਨੇ, ਜੋ ਖਾਣਾ ਆ ਉਹਦੀ ਤੋੜ ਭੰਨ ਵੀ ਕਰਨੀ ਜੇ, ਉਹ ਹੈਲਪਫੁਲ ਸਾਡੇ ਕੀਟਾਣੂ ਨੇ ਜੀ। ਸੋ ਇਹ ਪ੍ਰੋਸੈਸਡ ਖਾਣੇ ਸਾਡੀ ਉਹ ਸਾਰੇ ਕੀਟਾਣੂਆਂ ਦੀ ਪੂਰੀ ਨਾਸ ਮਾਰ ਕੇ ਨਵੀਂ ਕਿਸਮ ਦੇ ਕੀਟਾਣੂ ਬਿਠਾ ਦਿੰਦੇ ਨੇ, ਜਿਨ੍ਹਾਂ ਨਾਲ ਇਹ ਬਿਮਾਰੀ ਸ਼ੁਰੂ ਹੁੰਦੀ ਜੇ। ਸਰੀਰ 70% ਤੱਕ ਤਾਂ ਉਹਨਾਂ ਨਾਲ ਜੰਗ ਵਿੱਢਦਾ ਰਹਿੰਦਾ ਹੈ, ਪਰ ਫਿਰ ਜਦੋਂ ਉਹਦੀ ਬੱਸ ਹੋ ਜਾਂਦੀ ਹੈ, ਫਿਰ ਉੱਥੇ ਹੀ ਕੁਝ ਸੈੱਲ ਵਧਣ ਲੱਗ ਜਾਣਗੇ, ਜਿਨ੍ਹਾਂ ਸਦਕਾ ਸਾਨੂੰ ਪਤਾ ਹੀ ਨਹੀਂ ਲੱਗਦਾ ਵੀ ਸਾਡੇ ਤਾਂ ਜੀ ਵਾਲ ਝੜਨ ਲੱਗ ਗਏ, ਅਸੀਂ ਕਹਿ ਦਿੰਦੇ ਉਮਰ ਨਾਲ ਹੋ ਗਿਆ, ਪਰ ਅਸਲ ਵਿੱਚ ਸਾਡਾ ਸਰੀਰ ਇੱਕ ਵਾਰਨਿੰਗ ਦੇ ਰਿਹਾ ਹੁੰਦਾ ਭਈ ਤੁਹਾਡੇ ਵਾਲ ਛੇਤੀ ਚਿੱਟੇ ਆ ਰਹੇ ਨੇ, ਦੇਖ ਰਿਹਾ ਜੇ ਤਾਂ ਦੇਖ ਲਓ, ਕੁਛ ਗੜਬੜੀ ਜੇ ਹੁਣੇ ਸਾਂਭ ਲਓ, ਵੀ ਤੁਹਾਡੀ ਇਹ ਸੋਜਿਸ਼ ਕਿਤੇ ਸ਼ੁਰੂ ਹੋਈ ਹੈ
ਬਈ ਵੇਖੋ ਇੱਥੇ ਖਰਾਬੀ ਸ਼ੁਰੂ ਹੋ ਗਈ, ਜਦ ਕਿ ਉਦੋਂ ਸਾਨੂੰ ਲੱਗਦਾ ਸ਼ਾਇਦ ਸ਼ੁਰੂ ਹੀ ਹੋਈ ਹੈ, ਜਦ ਕਿ 70% ਅੱਗੇ ਹੀ ਕੰਮ ਖਤਮ ਹੋ ਚੁੱਕਾ ਹੁੰਦਾ ਜਦੋਂ ਸਾਨੂੰ ਮਹਿਸੂਸ ਹੋਣਾ ਸ਼ੁਰੂ ਹੁੰਦਾ। ਬਈ ਤੁਹਾਡੀ ਅੱਖਾਂ ਦੀ ਨਿਗਾਹ ਗਈ, ਐਨਕ ਲੱਗ ਰਹੀ ਜੇ, ਪਰ ਅਸੀਂ ਕੋਈ ਨਾ ਉਮਰ ਨਾਲ ਹੋਣਾ ਹੀ ਹੈ। ਇਹ ਨਹੀਂ ਦੇਖਦੇ ਕਿ ਅੰਦਰ ਕਿਹੜੀ ਚੀਜ਼ ਦੀ ਘਾਟ ਸੀ ਜਿਸ ਸਦਕਾ ਇਹ ਸਾਰੀਆਂ ਚੀਜ਼ਾਂ ਸਾਡੇ ਸਾਹਮਣੇ ਆ ਰਹੀਆਂ ਨੇ। ਬਿਲਕੁਲ ਠੀਕ। ਅੱਛਾ, ਇਹਦਾ ਮਤਲਬ ਇਹ ਹੋ ਗਿਆ ਡਾਕਟਰ ਸਾਹਿਬ ਕਿ ਵੀ ਜਿਹੜਾ ਸਾਡਾ ਅਵੇਸਲਾਪਨ ਆ, ਸਾਨੂੰ ਇਹ ਲੱਗਦਾ ਵੀ ਕੋਈ ਗੱਲ ਨਹੀਂ, ਕੀ ਫਰਕ ਪੈਂਦਾ, ਮਾੜੀ ਮੋਟ ਗੋਲੀ ਖਾਧੀ ਤੇ ਉਦੋਂ ਬਾਅਦ ਕੰਮ ਤੇ ਭੱਜ ਗਏ, ਜੇ ਕੋਈ ਅਗਲੇ ਦਿਨ ਫਿਰ ਕੁਛ ਨਾ ਕੁਛ ਦੁਖਿਆ ਸਰੀਰ ਦਾ ਹਿੱਸਾ ਤੇ ਫਿਰ ਆ ਗਿਆ, ਉਹਨੇ ਕੋਈ ਨਹੀਂ, ਡਾਕਟਰ ਨੇ ਕਿਹਾ ਇਸ ਉਮਰ 'ਚ ਜਾ ਕੇ ਇੱਦਾਂ ਹੋ ਹੀ ਜਾਂਦਾ ਹੁੰਦਾ। ਫਿਰ ਉਹ ਆਪਾਂ ਜਿਹੜਾ ਇਹੋ ਜਿਹੇ ਕੰਮ ਦੇ ਵਿੱਚ ਕੋਈ ਗੱਲ ਨਹੀਂ, ਚੱਲ ਫਿਰ ਕੀ ਆ, ਇਹ ਵਾਲਾ ਐਟੀਟਿਊਡ ਅਪਣਾ ਲੈਂਦੇ ਆ, ਤੇ ਖਾਸ ਕਰਕੇ ਜਿਹੜੀ ਉਹ ਗਲਤ ਖੁਰਾਕ ਖਾ ਰਹੇ ਹੁੰਦੇ ਉਹਨੂੰ ਸੁਧਾਰਨ ਦਾ ਨਾਂ ਨਹੀਂ ਲੈਂਦੇ। ਇਹਦਾ ਮਤਲਬ ਇਹ ਹੋ ਗਿਆ ਕਿ ਉਹ ਇੱਕ ਟ੍ਰਿਗਰ ਪੁਆਇੰਟ ਆ ਜਿੱਥੋਂ ਆਪਾਂ ਇੱਕ ਗਲਤ ਮੋੜ ਕੱਟ ਜਾਂਦੇ ਆ, ਜਿਹੜਾ ਮੁੜ ਕੇ ਜਾ ਕੇ ਤੇ ਆਪਾਂ ਨੂੰ ਬੜੀ ਭਾਰੀ ਕੀਮਤ ਅਦਾ ਕਰਨੀ ਪੈਂਦੀ ਉਹ ਸਾਰੇ ਕੁਛ ਦੀ। ਇੱਦਾਂ ਹੀ ਜੀ ਬਿਲਕੁਲ, ਕਿਉਂਕਿ ਦੇਖੋ ਮੈਂ ਹੁਣ ਮਿਸਾਲ ਵਜੋਂ ਇੱਕ ਜੋੜ ਨੂੰ ਹੀ ਲੈਣੀ ਆ। ਇੱਕ ਜੋੜ ਹੈ ਜਿਹਨੇ ਆਪਣਾ ਨਾਰਮਲ ਕੁਦਰਤ ਵਜੋਂ ਕੰਮ ਕਰਨ ਲਈ ਉਹਨੇ ਫਿੱਟ ਕਰਕੇ ਰੱਬ ਨੇ ਦੇ ਦਿੱਤਾ ਇੱਕ ਗਰੰਟੀ ਨਾਲ, ਭਾਈ ਇਹ 100 ਸਾਲ ਚੱਲੇਗਾ ਜੀ। ਅਸੀਂ ਉਸ ਜੋੜ ਨੂੰ ਕੀ ਕਰਦੇ ਆ ਕਿ ਭਾਈ ਦੇਖ ਮੈਂ ਇੰਨਾ ਕੁ ਤਾਂ ਥਿੰਦਾ ਲੰਘਾਣਾ ਹੀ ਲੰਘਾਣਾ, ਤੇ ਮੈਂ ਥੋੜਾ ਜਿਹਾ ਵੇਖ ਫਾਲਤੂ ਲੂਣ ਵੀ ਖਾਣਾ, ਥੋੜਾ ਜਿਹਾ ਵੱਧ ਮੈਂ ਪ੍ਰੋਟੀਨ ਵੀ ਖਾਵਾਂਗਾ, ਥੋੜਾ ਜਿਹਾ ਹੱਦੋਂ ਵੱਧ ਮੈਂ ਮਿੱਠਾ ਵੀ ਖਾਣਾ। ਤਾਂ ਅਸੀਂ ਉਸ ਚੀਜ਼ ਨੂੰ ਹੌਲੀ ਹੌਲੀ ਜਦੋਂ ਵਧਾਉਂਦੇ ਆ, ਉਹ ਸਾਡਾ ਸਰੀਰ ਕੁਦਰਤ ਨੇ ਜਿਸ ਤਰੀਕੇ ਦੀਆਂ ਮਸ਼ੀਨਾਂ ਫਿੱਟ ਕੀਤੀਆਂ ਨੇ, ਉਹ ਆਪਣੀ ਪੂਰੀ ਵਾਹ ਲਾਈ ਜਾਂਦੀਆਂ ਕਿ ਅਸੀਂ ਇਸ ਤੋਂ ਵੀ ਵੱਧ ਕਰਾਂਗੇ, ਇੰਨਾ ਲੂਣ ਹੈ, ਕੋਈ ਨਾ, ਗੁਰਦੇ ਕਹਿੰਦੇ ਕੋਈ ਨਾ ਜੀ ਮੈਂ ਕੱਢਦਾ, ਕੋਸ਼ਿਸ਼ ਕਰਦਾ ਪਿਆ। ਫਿਰ ਉਹ ਜਦੋਂ ਇੱਕ ਲੈਵਲ ਆ ਜਾਂਦੀ ਹੈ ਕਿ 70% ਡੈਮੇਜ ਹੋ ਚੁੱਕਿਆ, ਫਿਰ ਉਹ ਗੁਰਦਾ ਵੀ ਮਾੜੀ ਜੀ ਸਿੰਪਟਮ ਦਿੰਦਾ, ਦੇਖੀ ਭਾਈ ਮੈਨੂੰ ਆ ਥੋੜੀ ਬਹੁਤ ਪਿਸ਼ਾਬ ਰੁਕਣ ਲੱਗਾ ਜੇ, ਮੈਨੂੰ ਤਕਲੀਫ ਹੋ ਰਹੀ ਹੈ। ਤੇ ਅਸੀਂ ਉਦੋਂ ਵੀ ਨਹੀਂ ਇਹ ਵਾਰਨਿੰਗ ਸਮਝਦੀਆਂ। ਬੜੇ ਕੁਦਰਤ ਦੀਆਂ ਮਹੀਨ ਵਾਰਨਿੰਗਸ ਨੇ। ਰਤਿਕ ਚੱਕਰ ਆਇਆ, ਉਹ ਕੋਈ ਨਾ ਬਈ ਥਕਾਵਟ ਹੈਗੀ ਆ, ਮੈਂ ਸੌਂ ਜਾਣਾ, ਉਹ ਵਾਰਨਿੰਗ ਹੁੰਦੀ ਜੇ ਕਿ ਤੁਹਾਡੇ ਨਸਾਂ ਦੇ ਵਿੱਚ ਜੋ ਜੰਮ ਚੁੱਕਿਆ ਥਿੰਦਾ ਜੇ, ਉਹਦੇ ਨਿੱਕੇ ਨਿੱਕੇ ਸੈੱਲ ਜੋ ਉੱਥੋਂ ਨਿਕਲ ਕੇ ਤੁਰੇ ਨੇ, ਤੁਹਾਨੂੰ ਵਾਰਨਿੰਗ ਦੇ ਰਹੇ ਨੇ, ਭਾਈ ਸਾਹਿਬ ਪਾਸਾ ਖੜ ਜਾਊਗਾ, ਰੁਕ ਜਾਓ ਅਜੇ ਵੀ। ਇਹ ਵਾਰਨਿੰਗ ਸਾਈਨਸ ਬੜੇ ਜਿਵੇਂ ਇੱਕ ਥੋੜੀ ਜਿਹੀ ਦੇਰ ਹਨੇਰਾ ਜਿਹਾ ਆ ਜਾਣਾ ਅੱਖਾਂ ਅੱਗੇ, ਫਿਰ ਛੰਡ ਕੇ ਅਸੀਂ ਬਹਿ ਜਾਣਾ, ਭਾਈ ਇਹ ਰਤਿਕ ਹੱਥ ਕੰਬਿਆ ਸੀ, ਕੋਈ ਨਾ, ਮੇਰਾ ਮਾੜਾ ਜਿਹਾ ਸਿਰ ਦੁਖਦਾ, ਚਾਹ ਦੇ ਯਾਰ, ਠੀਕ ਹੋਈਏ, ਚੁਸਤ ਹੋਈਏ। ਫਿਰ ਸਰੀਰ ਵਾਰਨਿੰਗ ਦਿੰਦਾ, ਭਾਈ ਥੱਕਿਆ ਪਿਆ, ਬਹੁਤ ਜ਼ਿਆਦਾ ਕੰਮ ਹੋ ਗਿਆ, ਥੋੜਾ ਜਿਹਾ ਰੈਸਟ ਕਰ, ਮੈਂ ਟੁੱਟ ਫੁੱਟ ਸਾਂਭ ਲਵਾਂ, ਮੈਂ ਰਿਪੇਅਰ ਕਰ ਲਵਾਂ। ਤੇ ਅਸੀਂ ਉਹਨੂੰ ਕਹਿੰਦੇ 2 ਕੱਪ ਕੌਫੀ ਹੋਰ ਲਿਆ ਭਾਈ, ਅੱਜ ਕੰਮ ਵੱਧ ਹੈ। ਇਹ ਅਸੀਂ ਜ਼ਿੰਦਗੀ ਛੋਟੀ ਕਰ ਰਹੇ ਹੁੰਦੇ ਆ, ਅਸੀਂ ਆਪਣੀ ਅੰਗਾਂ ਨੂੰ ਰਿਪੇਅਰ ਦਾ ਟਾਈਮ ਨਹੀਂ ਦੇ ਰਹੇ। ਦਾ ਮਤਲਬ ਇਹ ਹੋਇਆ ਕਿ ਉਹ ਆਪਣਾ ਜੋ ਉਹਨਾਂ ਨੇ 5 ਸਾਲ ਅੱਗੇ ਹੋਰ ਕੰਮ ਕਰਦੇ ਰਹਿਣਾ ਸੀ, ਅਸੀਂ 6 ਮਹੀਨੇ ਵਿੱਚ ਨਿਪਟਾ ਦਿੱਤਾ ਕਿ ਨਹੀਂ ਬਈ ਕਰਨਾ ਅੱਜ ਹੀ ਹੈ। ਉਹ 5 ਸਾਲ ਦਫਾ ਹੋਣ ਜਦੋਂ ਹੋਣਗੇ, ਸਾਨੂੰ ਹੁਣੇ ਹੀ ਕੰਮ ਇਹ ਮੁਕਾਣਾ, ਅੱਜ ਹੀ ਮੇਰਾ ਕੰਮ ਡਬਲ ਹੈ, ਮੈਂ ਕਰਨਾ। ਇਹ ਬੜੇ ਖੂਬਸੂਰਤ ਤਰੀਕੇ ਨਾਲ ਵਿਕਸਿਤ ਮੁਲਕ ਸਮਝ ਚੁੱਕੇ ਨੇ ਭਈ 4 ਦਿਨ ਕੰਮ ਕਰੋ, ਦੱਬ ਕੇ ਕਰੋ ਸਾਰਾ ਦਿਨ, ਸਾਡਾ ਸਰੀਰ ਓਨਾ ਜਰਦਾ, 5 ਦਿਨ ਵੀ ਕਰ ਲਓ, 4.5 ਦਿਨ ਕਰ ਲਓ, ਪਰ ਭਾਈ ਸਾਹਿਬ 2 ਦਿਨ ਸਰੀਰ ਤੇ ਦਿਮਾਗ ਨੂੰ ਤੰਦਰੁਸਤ ਰਹਿਣ ਲਈ ਆਰਾਮ ਦਿਓ। ਉਹ ਵੀ ਰੈਸਟ ਮੰਗਦਾ, ਮਸ਼ੀਨ ਹੈ। ਬਿਲਕੁਲ ਸਹੀ। ਪਰ ਅਸੀਂ ਖਿਮਾ ਕਰਿਓ, ਅਸੀਂ ਏਸ਼ੀਅਨ ਕਮਿਊਨਿਟੀ ਸਾਰੀ ਦੀ ਸਾਰੀ ਉੱਥੇ ਸਗੋਂ ਓਵਰ ਰਿਐਕਟ ਕਰ ਜਾਂਦੇ ਆ ਕਿ 2 ਦਿਨ ਸਾਰੇ ਉਧਰਲੇ ਆਰਾਮ ਕਰਦੇ ਨੇ ਜੀ, ਅਸੀਂ ਇਹ 2 ਦਿਨ ਫालतू ਕੰਮ ਕਰਕੇ ਕਮਾ ਲੈਂਦੇ ਹਾਂ, ਜਦ ਕਿ ਅਸੀਂ 20 ਸਾਲ ਉਮਰ ਛੋਟੀ ਕਰ ਲੈਂਦੇ ਹਾਂ 2 ਦਿਨਾਂ ਦੇ ਚੱਕਰ ਵਿੱਚ, ਤੇ ਉਹ ਉਹੀ ਤੰਦਰੁਸਤ ਰਹਿ ਕੇ ਸਗੋਂ 100 ਸਾਲ ਦੀ ਉਮਰ ਮਾਣਦੇ ਨੇ। ਗੱਲ ਤਾਂ ਛੋਟੀ ਜਿਹੀ ਹੈ ਸਮਝਣ ਦੀ ਕਿ ਅਸੀਂ ਜ਼ਿੰਦਗੀ 60 ਸਾਲ ਕੱਢਣੀ ਹੈ ਜਾਂ 100 ਸਾਲ। ਸਾਡੇ ਸਾਹਮਣੇ ਹੈ ਮੌਤ ਦਰ ਏਸ਼ੀਅਨਸ ਦੀ ਹੌਲੀ ਹੌਲੀ, ਖਾਸ ਕਰ ਭਾਰਤੀਆਂ ਦੀ ਐਵਰੇਜ ਏਜ ਹੀ 60 ਤੇ ਪਹੁੰਚ ਚੁੱਕੀ ਹੈ, ਜੋ ਕਿ ਖਤਰਨਾਕ ਹੈ। ਪਰ ਅਸੀਂ ਮੰਨਦੇ ਨਹੀਂ, ਅਸੀਂ ਦੂਜੇ ਨੂੰ ਦੇਖ ਕੇ ਸਾਨੂੰ ਲੱਗਦਾ ਨਾ ਸਾਡੇ ਤੇ ਥੋੜਾ ਜਿਹਾ ਵਕਤ ਆਣਾ, ਇਹ ਉਹਨਾਂ ਤੇ ਹੀ ਆਣਾ। ਸੋ ਇਸ ਕਰਕੇ ਸਾਡੇ ਦੇਖੋ ਕੰਪੈਰੀਟਿਵ ਸਟੱਡੀ ਜੋ ਬ੍ਰਿਟਿਸ਼ ਮੈਡੀਕਲ ਜਰਨਲ 'ਚ ਛਪੀ ਹੈ ਕਿ ਜਿਹੜੇ ਭਾਰਤੀ ਕੰਮ ਕਰਨ ਆਉਂਦੇ ਨੇ ਇੱਥੇ, ਉਹ ਜ਼ਿਆਦਾ ਸਗੋਂ ਦਵਾਈਆਂ ਲੈ ਰਹੇ ਨੇ, ਜ਼ਿਆਦਾ ਮੰਜਿਆਂ ਤੇ ਪੈ ਰਹੇ ਨੇ, ਹਸਪੀਟਲ ਐਡਮਿਸ਼ਨਸ ਵੱਧ ਨੇ। ਤੇ ਦੂਜੇ ਪਾਸੇ ਜੇ ਵੇਖੀਏ ਉਹਨਾਂ ਦੇ ਆਪਣੇ, ਤਾਂ ਉਹ ਬਾਹਰ ਸੜਕਾਂ ਤੇ ਦੌੜਦੇ ਭੱਜਦੇ ਇੰਜੋਏ ਕਰਦੇ ਨੇ। ਬਿਲਕੁਲ ਸਹੀ। ਅਸਲ ਤਾਂ ਨੁਕਤਾ ਉਹੀ ਹੈ ਕਿ ਜ਼ਿੰਦਗੀ 2 ਦਿਨ, ਜੇ ਅਸੀਂ 4 ਦਿਨ ਰੇੜ ਲਈ ਸਾਰੀ ਦੀ ਸਾਰੀ, ਤਾਂ 2 ਦਿਨ ਆਪਣੇ ਲਈ ਰੱਖਣੇ ਕੋਈ ਬਹੁਤ ਵੱਡੀ ਗੱਲ ਨਹੀਂ ਹੈ। ਬਿਲਕੁਲ।
ਡਾਕਟਰ ਸਾਹਿਬ ਇਹ ਜੋੜਾਂ ਵਾਲੀ ਗੱਲ ਮੈਨੂੰ ਇਹ ਆ ਕਿ ਆਪਾਂ ਨਿਬੇੜ ਕੇ ਉਸ ਤੋਂ ਬਾਅਦ ਅਗਲੇ ਪਾਸੇ ਚੱਲਦੇ ਹਾਂ, ਪਰ ਇੱਕ ਵਾਰ ਫਿਰ ਤੋਂ ਤੁਸੀਂ ਦੱਸ ਦਿਓ ਕਿ ਜੇ ਮੰਨ ਲਓ ਜੋੜਾਂ ਦੀ ਤਕਲੀਫ ਹੈ, ਇਹ ਦਰਦਾਂ ਵਾਲੀ ਤਕਲੀਫ ਹੈ, ਤੇ ਉਹਦੇ ਲਈ ਜਿਹੜੀ ਖੁਰਾਕ ਹੈ ਉਹਦਾ ਕੀ ਖਾਸ ਖਿਆਲ ਰੱਖਿਆ ਜਾਵੇ ਜੀ? ਹਾਂਜੀ, ਦਰਅਸਲ ਇਹ ਖੋਜਾਂ ਜਿਵੇਂ ਹੁਣ ਆਪਾਂ ਦੱਸ ਹੀ ਚੁੱਕੇ ਹਾਂ ਕਿ ਉਹਦੇ 'ਚ ਪੀੜ ਦੀ ਦਵਾਈ ਲੈਣ ਦਾ ਮਤਲਬ, ਜੇ ਤੁਹਾਨੂੰ ਲੋੜ ਪੈ ਗਈ ਇਹਦਾ ਮਤਲਬ ਹੈ ਤੁਸੀਂ ਆਲਰੇਡੀ ਡੈਮੇਜ ਬਹੁਤ ਵਧਾ ਲਿਆ, ਤੇ ਉਹਨੂੰ ਸਗੋਂ ਸਮਝ ਲਓ ਕੀ ਤੁਹਾਨੂੰ ਲੱਛਣ ਆ ਰਹੇ ਨੇ, ਉਹਦੇ ਅਕੋਰਡਿੰਗਲੀ ਡਾਈਟ ਲਓ, ਨਾ ਕਿ ਦਵਾਈਆਂ ਤੇ ਜਾਓ। ਤੇ ਖਾਸ ਤੌਰ ਤੇ ਜੋ ਅੱਜ ਦਾ ਮੁੱਦਾ ਉਹ ਸਿਰਫ ਇਸੇ ਲਈ ਹੈ ਕਿ ਪੇਨ ਮੈਨੇਜਮੈਂਟ ਦੇ ਵਿੱਚ ਹੁਣ ਦਵਾਈਆਂ ਦਾ ਰੋਲ ਲਗਭਗ ਨਾ ਬਰਾਬਰ ਹੈ, ਕਿ ਤੁਸੀਂ ਸਿਰਫ ਤੇ ਸਿਰਫ ਕਸਰਤ ਕਰ ਲਓ ਤੇ ਜੇ ਆਪਣਾ ਭਾਰ ਘਟਾ ਲਓ ਤੇ ਡਾਈਟ ਠੀਕ ਕਰ ਲਓ ਤਾਂ ਸਿਰਫ ਇੰਨੇ ਨਾਲ ਯਾਨੀ ਕਹਿਣ ਦਾ ਭਾਵ ਸੌਖੇ ਤਰੀਕੇ ਜੇ ਸਮਝ ਸਕੋ ਕਿ ਸਿਰਫ 5% ਜੇ ਸਾਡਾ ਭਾਰ ਘਟਦਾ, ਸਿਰਫ 5%, ਤਾਂ ਪੀੜ ਦਾ 41% ਹਿੱਸਾ ਸਾਡਾ ਖਤਮ ਹੋ ਸਕਦਾ, 41%, ਸਿਰਫ 5% ਭਾਰ ਘਟਣ ਨਾਲ, ਜਿਹਦੇ ਨਾਲ ਦਵਾਈ ਬਿਲਕੁਲ ਨਹੀਂ ਦਿੱਤੀ ਗਈ ਤੇ ਸਾਬਤ ਹੋਇਆ ਵੀ ਇਹ ਬਿਲਕੁਲ ਇਸੇ ਤਰ੍ਹਾਂ ਹੀ ਠੀਕ ਹੋ ਸਕਦੇ ਨੇ। ਸੋ ਨਿਚੋੜ, ਜਿਵੇਂ ਤੁਸੀਂ ਖੁਰਾਕ ਦੀ ਗੱਲ ਕੀਤੀ ਹੈ ਕਿ ਬੜੇ ਸਾਰੇ ਸ਼ਾਇਦ ਲੋਕਾਂ ਨੂੰ ਕਿੰਤੂ ਪ੍ਰੰਤੂ ਹੋਣਗੇ, ਪਰ ਮੈਂ ਦੱਸ ਦਿਆਂ ਕਿ ਇਹ ਖੋਜ ਦੇ ਉੱਤੇ ਆਧਾਰਿਤ, ਜੇ ਮੇਰੀ ਕੋਈ ਇਹਦੇ 'ਚ ਨਹੀਂ ਹੈ ਲੈਣਾ ਦੇਣਾ, ਤੇ 100% ਸਰੀਰ ਇੱਕੋ ਜਿਹਾ ਰਿਐਕਟ ਨਹੀਂ ਕਰਦੇ। ਹਰ ਇੱਕ ਨੂੰ ਹੋ ਸਕਦਾ ਆਪੋ ਆਪਣੀ, ਜਿਹਨੂੰ ਕਣਕ ਦੀ ਐਲਰਜੀ ਹੈ ਉਹ ਨਹੀਂ ਖਾ ਸਕਦਾ, ਇਸੇ ਤਰ੍ਹਾਂ ਕਿਸੇ ਨੂੰ ਕਾਲੇ ਛੋਲਿਆਂ ਤੋਂ ਐਲਰਜੀ ਹੈ, ਨਾ ਖਾਓ। ਮਾਂ ਦੀ ਦਾਲ ਨੂੰ ਬਹੁਤ ਸਾਰੇ ਅਸੀਂ ਆਪਣੇ ਮਨਾਂ ਵਿੱਚ ਵਾੜੇ ਹੋਏ ਨੇ ਵਹਿਮ ਕਿ ਵਾਈ ਵਾਦੀ ਹੈ, ਫਲਾਣਾ ਟਪਕਾਣਾ, ਜਦ ਕਿ ਉਹਨੂੰ ਦਾਲਾਂ ਦੀ ਮਹਾਰਾਣੀ ਦਾ ਨਾਂ ਦੇ ਦਿੱਤਾ ਗਿਆ, ਇੰਨੇ ਉਹਦੇ ਫਾਇਦੇ ਨੇ। ਪਰ ਸਾਡੀ ਸੋਚ ਜਿੱਥੇ ਤੱਕ ਸੀਮਤ, ਉਹਨੂੰ ਤਬਦੀਲ ਬਹੁਤਾ ਕਰਨਾ ਸੰਭਵ ਨਹੀਂ ਹੁੰਦਾ 1 ਜਾਂ 2 ਪ੍ਰੋਗਰਾਮਾਂ ਨਾਲ। ਫਿਰ ਵੀ ਜਿਹੜੇ ਸਮਝ ਸਕਦੇ ਨੇ ਮੈਂ ਉਹਨਾਂ ਲਈ ਡਾਈਟ ਜ਼ਰੂਰ ਦੇ ਦਿੰਦੀ ਹਾਂ, ਤੇ ਉਹ ਵੀ ਮੈਂ ਫਿਰ ਕਹਿ ਦਿਆਂ ਕਿ 100% ਤੇ ਇੱਕੋ ਜਿਹਾ ਅਸਰ ਕਰੇ ਨਹੀਂ ਹੋ ਸਕਦਾ। ਕਿਸੇ ਨੂੰ ਕੋਈ ਖੁਰਾਕ ਜ਼ਿਆਦਾ ਅਸਰਦਾਰ ਲੱਗਦੀ ਹੈ, ਕਿਸੇ ਨੂੰ ਦੂਜੀ ਲੱਗਦੀ ਹੈ। ਸੋ ਜਿਹੜੇ ਰਲ ਮਿਲ ਕੇ ਖੁਰਾਕਾਂ ਜੋ ਬਣਾਈਆਂ ਗਈਆਂ ਨੇ ਉਹਨਾਂ 'ਚ ਸਭ ਤੋਂ ਨੰਬਰ 1 ਮੱਛੀ ਦਾ ਰੋਲ ਆਇਆ ਜੇ। ਉਹਦੇ 'ਚ ਐਕਚੁਅਲੀ ਜੋ ਓਮੇਗਾ 3 ਫੈਟੀ ਐਸਿਡਸ ਨੇ ਉਹ ਜੋੜਾਂ ਦੀ ਤੰਦਰੁਸਤੀ ਲਈ ਬੜੇ ਲਾਹੇਵੰਦ ਨੇ। ਸੋ ਇਹ ਡਾਈਟ ਪਲਾਨ ਜਦੋਂ ਵੀ ਹੁੰਦਾ ਜੇ, ਉਹਦੇ ਨਾਲੋਂ ਨਾਲ ਐਕਸਰਸਾਈਜ਼ ਬਹੁਤ ਜ਼ਰੂਰੀ ਜੇ, ਜੋ ਕਿ 40 ਮਿੰਟਸ ਮਿਨੀਮਮ ਪਰ ਡੇ 5 days a week ਜੋ ਰੂਟੀਨ ਹੈ। ਤੇ ਉਹਦੇ 'ਚ ਕਿਤੇ ਵੀ ਟਹਿਲਣਾ ਨਹੀਂ ਕਿ ਅਸੀਂ ਤੁਰਦੇ ਫਿਰਦੇ ਆਪਣੀ ਸੱਸ ਨੂੰ ਪੁਣ ਲਿਆ, ਤੁਰਦੇ ਫਿਰਦੇ ਗੁਆਂਢੀਆਂ ਨੂੰ ਥੋੜ੍ਹਾ ਜਿਹਾ ਖਿੱਚ ਲਿਆ, ਉਹ ਕਸਰਤ ਨਹੀਂ ਗਿਣੀ ਜਾਂਦੀ। ਕੋਸ਼ਿਸ਼ ਤਾਂ ਇਹੋ ਹੋਣੀ ਚਾਹੀਦੀ ਹੈ ਕਿ ਕੰਨ ਆਪਣੇ ਬੰਦ ਕਰ ਲਓ, ਬਾਹਰਲੇ ਕੋਈ ਇਨਪੁਟਸ ਨਾ ਆਉਣ, ਤੇ ਫਿਰ ਤੁਸੀਂ ਆਪਣੇ ਰਨਿੰਗ ਕਰੋ, ਜਾਂ ਤੁਸੀਂ ਕੋਸ਼ਿਸ਼ ਕਰੋ ਕਿ ਜੇ ਸਾਈਕਲਿੰਗ ਕਰ ਸਕਦੇ ਹੋ, ਸਵਿਮਿੰਗ ਕਰ ਸਕਦੇ ਹੋ, ਜੋਗਿੰਗ ਕਰ ਸਕਦੇ ਹੋ, ਜਿਸ 'ਚ ਕਿ ਤਗੜਾ ਪੰਪ ਚੱਲੇ ਤੁਹਾਡੇ ਸਰੀਰ ਅੰਦਰ, ਤੁਹਾਡੇ ਦਿਲ ਨੂੰ ਚੰਗਾ ਜ਼ੋਰ ਪੈਂਦਾ ਹੋਵੇ ਤੇ ਪੱਠਿਆਂ ਤੱਕ ਪੂਰਾ ਖੁੱਲ ਕੇ ਲਹੂ ਜਾਵੇ, ਤੁਹਾਡੇ ਆਪਣੇ ਹਰ ਜੋੜ ਹਿੱਲ ਜਾਣ, ਉਹੀ ਕਸਰਤ ਹੁੰਦੀ ਜੇ। ਤੁਰਨਾ ਟਹਿਲਣਾ 100 ਸਾਲ ਤੇ ਵੀ ਅਸੀਂ ਕਸਰਤ ਨਹੀਂ ਮੰਨਦੇ। ਸੋ ਪਹਿਲਾਂ ਤਾਂ ਤੁਰਨਾ ਟਹਿਲਣਾ ਬੰਦ ਕਰੀਏ, ਦੌੜਨਾ ਸ਼ੁਰੂ ਕਰੀਏ, ਇਹ ਜ਼ਰੂਰੀ ਜੇ। ਸਾਈਕਲਿੰਗ ਕਰ ਲਓ, ਸਵਿਮਿੰਗ ਕਰ ਲਓ, ਜੋ ਵੀ ਕਰੋ। ਸੋ ਉਹਦੇ ਨਾਲ ਜੇ ਤੁਸੀਂ ਐਡ ਔਨ ਕਰਦੇ ਹੋ, ਕਿਉਂਕਿ ਜੇ ਤੁਸੀਂ ਕਸਰਤ ਤੋਂ ਬਿਨਾਂ ਇਕੱਲੀ ਮੱਛੀ ਬੈਠ ਬੈਠ ਕੇ ਖਾਈ ਜਾਓਗੇ, ਜੋੜ ਠੀਕ ਨਹੀਂ ਹੋਣੇ। ਬਿਲਕੁਲ। ਦੂਸਰੀ ਚੀਜ਼ ਜੇ ਦਾਲਾਂ, ਬਹੁਤ ਤਗੜਾ ਰੋਲ ਜੇ। ਅੱਜ ਕੱਲ੍ਹ ਤੁਸੀਂ ਦੇਖੋਗੇ ਬਹੁਤ ਸਾਰੇ ਇਸ ਵੇਲੇ ਮਿਕਸਡ ਜੋ ਗ੍ਰੇਨ ਆਟੇ ਜੇ ਵੀ ਮਿਲ ਰਹੇ ਨੇ, ਉਹਨਾਂ ਦੇ ਵਿੱਚ ਵੀ ਦਾਲਾਂ ਪਾਈਆਂ ਜਾਂਦੀਆਂ ਨੇ। ਪਰ ਮੈਂ ਇੱਕ ਇੰਪੋਰਟੈਂਟ ਚੀਜ਼ ਦੱਸ ਦਿਆਂ, ਕਿਉਂਕਿ ਤੁਹਾਡੀ ਰੋਜ਼ ਦੀ ਖੁਰਾਕ ਵਿੱਚ ਮੈਂ ਕਾਫੀ ਵਾਰ ਬਾਹਰ ਰੱਬ ਨੇ ਦਿੱਤੇ ਨੇ ਮੌਕੇ, ਬਾਹਰ ਜਾ ਕੇ ਆਈ ਹਾਂ, ਬਹੁਤ ਸਾਰੇ ਟੱਬਰਾਂ ਵਿੱਚ ਰਹਿਣ ਦਾ ਮੌਕਾ ਮਿਲਿਆ, ਬੜਾ ਪਿਆਰ ਤੇ ਮੁਹੱਬਤ ਨਾਲ ਸਾਰਿਆਂ ਵਿੱਚ ਵਿਚਰੇ ਹਾਂ। ਤੇ ਮੈਂ ਆਮ ਹੀ ਸੁਣਦੀ ਸਾਂ ਕਿ ਸਾਡੇ ਤਾਂ ਅਸੀਂ ਮਿਕਸਡ ਗ੍ਰੇਨ ਲਿਆਉਂਦੇ ਹਾਂ ਆਟਾ, ਜਿਹਦੇ 'ਚ ਸਾਰੀਆਂ ਚੀਜ਼ਾਂ ਦਾ ਇੱਕੋ ਵੇਲੇ ਸਾਨੂੰ ਬੜਾ ਸੋਹਣਾ ਅਸਰ ਦਿਸ ਜਾਂਦਾ ਜੀ। ਮੈਂ ਵੀ ਖਿਮਾ ਕਰਿਓ ਇਸੇ ਸੋਚ ਨਾਲ ਸੀ ਕਿ ਬਹੁਤ ਅੱਛੀ ਗੱਲ ਏ ਕਿ ਅਸੀਂ ਸਾਰੀਆਂ ਚੀਜ਼ਾਂ, ਬਲਕਿ ਮੈਂ ਆਪ ਆਪਣੇ ਘਰ 'ਚ ਵੀ ਅਸੀਂ ਵਰਤਦੇ ਰਹੇ ਕਿ ਮਿਕਸਡ ਗ੍ਰੇਨ ਜੋ ਹੈ ਚੰਗੇ ਰਹਿੰਦੇ ਨੇ, ਹਰ ਤਰ੍ਹਾਂ ਦੇ ਅੰਨ ਦਾ ਸਾਨੂੰ ਫਾਇਦਾ ਮਿਲ ਗਿਆ। ਉਹ ਤਾਂ ਖੋਜਾਂ ਰਾਹੀਂ ਹੀ ਗੱਲਾਂ ਸਾਹਮਣੇ ਆਉਂਦੀਆਂ ਨੇ ਕਿ ਜਿਹੜੇ ਵੀ ਅਸੀਂ ਫਾਇਦੇ ਕਿਸੇ ਖੁਰਾਕ 'ਚੋਂ ਦੇਖਦੇ ਹਾਂ, ਉਹਦਾ ਮਿਨੀਮਮ 100 ਗ੍ਰਾਮਸ ਦੇ ਨਾਲ ਦੇਖਿਆ ਗਿਆ ਹੈ। ਯਾਨੀ ਕਹਿਣ ਦਾ ਭਾਵ ਇਹ ਕਿ ਤੁਸੀਂ 1.5 ਜਾਂ 2 ਫੁਲਕੇ ਉਸ ਚੀਜ਼ ਦੇ ਇੱਕ ਵੇਲੇ ਖਾਓਗੇ ਤਾਂ ਫਾਇਦਾ ਮਿਲੇਗਾ।
ਅਸੀਂ ਸੰਪੂਰਨ ਫਾਇਦਾ ਨਹੀਂ ਲੈਂਦੇ। ਕਹਿ ਦਿੰਦੇ ਆ ਕਿ ਅਸੀਂ ਮਲਟੀਗ੍ਰੇਨ ਲਿਆ, ਮੈਂ ਤਾਂ ਦੱਸ ਰਹੀ ਹਾਂ ਮੈਂ ਵੀ ਖਾਧਾ, ਮੈਂ ਕਿਸੇ ਦਾ ਕਸੂਰ ਨਹੀਂ ਕੱਢ ਰਹੀ ਜੀ, ਪਰ ਅਸੀਂ ਉਹ ਕਿਉਂਕਿ ਪੂਰਾ ਨਹੀਂ ਲਿਆ, ਇੱਕ 'ਚ 10 ਗ੍ਰਾਮ ਲਿਆ, ਇੱਕ 'ਚ 15 ਗ੍ਰਾਮ ਲਿਆ, ਤਾਂ ਸਾਨੂੰ ਉਹਦੇ 'ਚੋਂ ਫਾਇਦਾ ਨਹੀਂ ਪੂਰਾ ਦਿਸਦਾ ਜਿੰਨਾ ਅਸਲ ਵਿੱਚ ਮਿਲਣਾ ਚਾਹੀਦਾ। ਸੋ ਬਿਹਤਰ ਇਹ ਹੈ ਕਿ ਅਸੀਂ ਇੱਕ ਕਿਸਮ ਦਾ, ਮਿਸਾਲ ਵਜੋਂ ਕੋਧਰੇ ਦਾ ਆਟਾ ਲੈ ਲਿਆ ਜਾਂ ਇੱਕ ਵੇਲੇ ਸੋਇਆਬੀਨ ਦਾ ਲੈ ਲਿਆ ਆਟਾ, ਉਹਦਾ ਬਣਾ ਲਿਆ, ਇੱਕ ਵਾਰ ਤੁਸੀਂ ਮਾਂਹ ਦੀ ਦਾਲ ਦਾ ਬਣਾ ਲਿਆ। ਸੋ ਇਸ ਤਰ੍ਹਾਂ ਵੱਖੋ ਵੱਖਰੀਆਂ ਦਾਲਾਂ ਦੇ ਜਾਂ ਅੰਨ ਦੇ ਜੇ ਅਸੀਂ ਇੱਕ ਵੇਲੇ ਪੂਰਾ ਡੋਜ਼ ਨਾਲ ਲੈ ਲਈਏ ਤਾਂ ਜ਼ਿਆਦਾ ਬਿਹਤਰ ਹੋਏਗਾ। ਜਾਂ ਫਿਰ ਦੂਜਾ ਤਰੀਕਾ, ਜੇ ਮਿਸਾਲ ਵਜੋਂ ਕੋਧਰੇ ਦਾ ਤੁਸੀਂ ਜੇ ਫੁਲਕਾ ਇੱਕ ਖਾਇਆ ਤੇ ਨਾਲ ਮਿਕਸਡ ਦਾਲਾਂ ਜਿਵੇਂ 2 ਜਾਂ 3 ਮਿਕਸ ਕਰਕੇ ਉਹ ਰੱਖ ਕੇ ਤੁਸੀਂ ਲੈ ਲੈਂਦੇ ਹੋ, ਤਾਂ ਉਹ ਸਗੋਂ ਇੱਕ ਸੰਪੂਰਨ ਖੁਰਾਕ ਬਣ ਜਾਏਗੀ। ਉਹ ਮੀਟ ਵਰਗੀ ਤਾਕਤਵਰ ਹੋ ਜਾਂਦੀ ਹੈ ਕਿਉਂਕਿ ਤੁਸੀਂ ਇੱਕ ਪੂਰੀ ਲੈ ਲਈ, ਅੰਨ ਦਾ ਪੂਰਾ ਅੰਸ਼ ਪੂਰਾ ਲੈ ਲਿਆ। ਬਿਲਕੁਲ ਠੀਕ। ਹੁਣ ਸਬਜ਼ੀਆਂ ਦਾ ਰੋਲ ਜੇ ਉਹਨਾਂ ਵਿੱਚ ਸਲਫਰ ਜੋ ਹੈ ਉਹ ਬਹੁਤ ਬੈਨੀਫੀਸ਼ੀਅਲ ਹੈ ਤੁਹਾਡੇ ਜੋੜਾਂ ਦੇ ਦਰਦ ਲਈ। ਹਲਦੀ ਦੀ ਬੜੀ ਕਮਾਲ ਦੀਆਂ ਕਈ ਖੋਜਾਂ ਨੇ ਜਿਨ੍ਹਾਂ 'ਚ ਜਿੰਨੀਆਂ ਕੁ ਉਹਦੇ ਪੋਜ਼ਿਟਿਵ ਹੋਈਆਂ ਨੇ ਓਨੀਆਂ ਕਿ ਉਹਦੇ ਲਈ ਨੈਗੇਟਿਵ ਵੀ ਖੋਜਾਂ ਸਾਹਮਣੇ ਆ ਚੁੱਕੀਆਂ ਨੇ। ਨਿਚੋੜ ਜੇ ਕੱਢਣਾ ਚਾਹਾਂ ਤਾਂ ਕਹਿ ਲਓ ਕਿ ਜੇ 51% ਹਲਦੀ ਦੇ ਹੱਕ 'ਚ ਨੇ ਤਾਂ 49% ਉਹਦੇ ਖਿਲਾਫ ਵੀ ਨੇ, ਕਿਉਂਕਿ ਸਰੀਰ ਸਾਡਾ ਜੇ ਸਾਇੰਟੀਫਿਕਲੀ ਚੱਲੀਏ ਤਾਂ ਸਰੀਰ ਸਾਡਾ ਜ਼ਿਆਦਾ ਹਲਦੀ ਸਾਂਭ ਨਹੀਂ ਸਕਦਾ, ਬਾਹਰ ਕੱਢ ਦਿੰਦਾ ਜੀ। ਸੋ ਇਹਦਾ ਮਤਲਬ ਹੈ ਕਿ ਹਲਦੀ ਨੂੰ ਜੇ ਅਸਰਦਾਰ ਅਸੀਂ ਕਿਸੇ ਵੀ ਚੀਜ਼ ਲਈ, ਜੋੜਾਂ ਨੂੰ ਤਾਂ ਛੱਡ ਹੀ ਦਿਓ, ਕਿਸੇ ਆਮ ਸੱਟ ਲਈ ਵੀ ਮੈਨੂੰ ਲੱਗਦਾ ਜੇ ਤੁਹਾਨੂੰ ਵੀ ਘਰ 'ਚ ਥੋੜ੍ਹਾ ਬਹੁਤ ਪਿਆਰ ਮਿਲਿਆ ਹੋਏ ਤੇ ਮਾਂ ਵੱਲੋਂ ਹਲਦੀ 'ਚ ਪਾ ਕੇ ਸੱਟ ਲੱਗੀ ਤੇ ਦੁੱਧ ਦੇ ਹੀ ਦਿੱਤਾ ਜਾਂਦਾ। ਸੋ ਇਹ ਆਮ ਘਰਾਂ ਵਿੱਚ ਇਹੋ ਚੱਲਦਾ ਹੈ ਕਿ ਮਾਂ ਦੇ ਪਿਆਰ ਹੈ ਤੇ ਉਹ ਦਰਦ ਵੀ ਠੀਕ ਕਰ ਦਿੰਦਾ। ਜੀ ਜੀ। ਸੋ ਉਹ ਪੀੜ ਦਾ ਤਾਂ ਐਕਚੁਅਲੀ ਅਹਿਸਾਸ ਸਾਡੇ ਅੰਦਰ ਹੈ ਕਿ ਕਿੰਨੀ ਕੁ ਅਸੀਂ ਜਰ ਸਕਦੇ ਹਾਂ, ਪਰ ਹਲਦੀ ਦਾ ਅਸਰ ਦੇਖਣ ਲਈ ਸ਼ਾਇਦ ਟਨਾਂ ਦੇ ਹਿਸਾਬ ਨਾਲ ਕਰੋਨਾ ਦੌਰਾਨ ਹਲਦੀ ਵਰਤੀ ਗਈ ਹੈ, ਪਰ ਇਹਦਾ ਜਿਵੇਂ ਮੈਂ ਦੱਸਿਆ ਕਿ ਸਾਬਤ ਹੋ ਚੁੱਕੇ ਤੱਥ ਨੇ ਕਿ ਵਾਧੂ ਹਲਦੀ ਸਰੀਰ ਬਾਹਰ ਕੱਢ ਦਿੰਦਾ ਜੀ। ਡੈਫੀਨੇਟਲੀ ਹਲਦੀ ਅਸਰ ਕਰਦੀ ਜੇ, ਇਹਦੇ 'ਚ ਕੋਈ ਦੋ ਰਾਏ ਨਹੀਂ। ਹਲਦੀ ਦਾ ਜੋ ਕੁਝ ਕਿਸਮ ਦੇ ਪ੍ਰੋਟੀਨ ਜੋ ਹਨ, ਜੋ ਕਿ ਜਿਵੇਂ ਮੈਂ ਦੱਸਿਆ ਇੱਕ CRP ਇਸ ਤਰ੍ਹਾਂ ਦੇ ਪ੍ਰੋਟੀਨ ਨੇ ਕੁਝ ਜਿਹੜੇ ਘਟਾ ਦਿੰਦੇ ਨੇ, ਸੋਜ਼ਿਸ਼ ਘਟਾ ਦਿੰਦੀ ਹੈ। ਸੋ ਹਲਦੀ ਵਾਕਈ ਅਸਰਦਾਰ ਹੈ, ਪਰ ਕਿੰਨੀ ਤੁਸੀਂ ਵੀ ਹੱਸੋਗੇ ਜੇ ਮੈਂ ਦੱਸਾਂ ਕਿ ਇੱਕ ਬੰਦੇ ਲਈ ਸਾਰੇ ਦਿਨ 'ਚ 24 ਘੰਟਿਆਂ ਵਿੱਚ ਪੌਣਾ ਚਮਚ ਹਲਦੀ ਬਹੁਤ ਹੁੰਦੀ ਜੇ, ਜੋ ਕਿ ਮੇਰਾ ਖਿਆਲ ਹੈ ਆਪਾਂ ਸਬਜ਼ੀਆਂ 'ਚ ਹੀ ਪਾ ਕੇ ਲੈ ਲੈਂਦੇ ਹਾਂ। ਤੇ ਦੂਸਰੀ ਬੜੀ ਮਜ਼ੇਦਾਰ ਗੱਲ ਇਹ ਹੈ ਕਿ ਹਲਦੀ ਦੁੱਧ ਵਿੱਚ ਹਜ਼ਮ ਹੁੰਦੀ ਨਹੀਂ। ਖਰੇ ਕਿੰਨੇ ਹੀ ਅਸੀਂ ਪੀ ਚੁੱਕੇ ਹਾਂ, ਈਵਨ ਦੁੱਧ ਹਲਦੀ ਵਾਲੇ ਤਾਂ ਹੁਣ ਮੇਰਾ ਖਿਆਲ ਹੈ ਇੰਟਰਨੈਸ਼ਨਲ ਲੈਵਲ 'ਤੇ ਵੀ ਪੈਕੇਟਸ ਹੀ ਮਿਲਣ ਲੱਗ ਗਏ ਨੇ, ਪਰ ਇਹ ਦੁੱਧ ਰਾਹੀਂ ਹਲਦੀ ਸਾਡੇ ਸਰੀਰ ਹਜ਼ਮ ਹੀ ਨਹੀਂ ਕਰ ਸਕਦਾ, ਕੋਈ ਸਿਸਟਮ ਹੀ ਨਹੀਂ ਹੈ। ਤਾਂ ਫਿਰ ਹਜ਼ਮ ਹੁੰਦੀ ਕਿਵੇਂ? ਸਬਜ਼ੀ ਵਿੱਚ ਜਦੋਂ ਅਸੀਂ ਪਾਉਂਦੇ ਹਾਂ, ਕਾਲੀ ਮਿਰਚ ਇੱਕ ਬੜੀ ਕਮਾਲ ਦੀ ਚੀਜ਼ ਹੈ ਜਿਹਦੇ ਨਾਲ ਸਾਡਾ ਸਰੀਰ ਉਸ ਹਲਦੀ ਨੂੰ ਐਬਜ਼ੌਰਬ ਕਰ ਲੈਂਦਾ ਤੇ ਫਿਰ ਇਹ ਜਦੋਂ ਰਸ ਨੇ ਇਹਨਾਂ ਨੂੰ ਘਟਾਉਣ ਵਿੱਚ ਉਹ ਮਦਦ ਕਰਦੀ ਹੈ ਤੇ ਫਿਰ ਹੀ ਸਾਡੀ ਹਰ ਕਿਸਮ ਦੀ ਸੋਜ਼ਿਸ਼ ਤੇ ਪੀੜ ਠੀਕ ਹੋਣ ਲੱਗ ਜਾਂਦੀ ਹੈ। ਇਹਦਾ ਮਤਲਬ ਹੁਣ ਸਮਝ ਲਓ ਕਿ ਤੁਸੀਂ ਜਾਂ ਦੁੱਧ 'ਚ ਜਾਂ ਚਾਹ 'ਚ ਜਾਂ ਕਿਸੇ ਵੀ ਚੀਜ਼ 'ਚ ਜਿਸ ਜੇ ਪਾਣੀ ਹੈ, ਜਦ ਤੱਕ ਕਾਲੀ ਮਿਰਚ ਨਾਲ ਨਹੀਂ ਹੈ ਤਾਂ ਹਲਦੀ ਐਬਜ਼ੌਰਬ ਨਹੀਂ ਹੋਣੀ। ਸੋ ਬੈਸਟ ਇਹੀ ਹੈ ਕਿ ਫਾਲਤੂ ਨਾਲ ਵੀ ਇਹਦੇ ਨੁਕਸਾਨ ਦੇਖਣ ਨੂੰ ਮਿਲੇ ਨੇ। ਕਾਫੀ ਐਸਿਡਿਟੀ ਹੋ ਜਾਣੀ, ਹੋਰ ਲਿਵਰ ਦੇ ਵਿੱਚ ਡੈਮੇਜ ਸ਼ੁਰੂ ਹੋ ਜਾਣਾ, ਇਹ ਕਾਫੀ ਅਨੇਕ ਨੇ ਜਿਹੜੀਆਂ ਖੋਜਾਂ ਇਹਨਾਂ ਬਾਰੇ ਵੀ ਆਈਆਂ ਨੇ। ਸੋ ਬੈਸਟ ਤਾਂ ਇਹੀ ਹੈ ਕਿ ਆਪਾਂ ਸਬਜ਼ੀ ਵਿੱਚ ਹੀ ਲੈ ਲਈਏ, ਬਹੁਤ ਵਧੀਆ ਜੇ। ਇੱਕ ਬੋਰੈਗੋ ਆਇਲ ਹੁੰਦਾ ਜੇ ਜਿਸ ਵਿੱਚ ਲਿਨੋਲੈਨਿਕ ਐਸਿਡ ਹੁੰਦੇ ਨੇ। ਸੋ ਉਹ ਵੀ ਕੁਦਰਤੀ ਤੌਰ 'ਤੇ ਇਹਨਾਂ 'ਤੇ ਅਨੇਕ ਮਹਿੰਗੀਆਂ ਦਵਾਈਆਂ ਵੀ ਬਣ ਚੁੱਕੀਆਂ ਨੇ, ਪਰ ਜੇ ਨੈਚੁਰਲ ਤਰੀਕੇ ਤੁਸੀਂ ਲੈ ਸਕੋ ਤਾਂ ਅੱਧਾ ਕੁ ਚਮਚ ਡੇਲੀ ਦਾ ਵੀ ਤੁਹਾਨੂੰ ਕੁਦਰਤੀ ਤਰੀਕੇ ਤੁਹਾਡੇ ਜੋੜਾਂ ਦੀ ਸੋਜ਼ਿਸ਼ ਸਾਰੀ ਤਰ੍ਹਾਂ ਦੀ ਘਟਾ ਸਕਦਾ। ਸੋ ਇਹ ਡਾਈਟ ਜੇ ਕਾਫੀ ਜਿਹੜੀ ਤੁਹਾਨੂੰ ਫਾਇਦਾ ਦੇ ਸਕਦੀ ਹੈ। ਜੀ ਬਿਲਕੁਲ, ਇਹਦੇ ਨਾਲੋਂ ਨਾਲ ਜੇ ਅਸੀਂ ਧਿਆਨ ਕਰੀਏ ਤਾਂ ਚੈਰੀਜ਼ ਕਾਫੀ ਫਾਇਦੇਮੰਦ ਸਾਬਤ ਹੋ ਚੁੱਕੀਆਂ ਨੇ। ਬਿਲਕੁਲ ਇਸੇ ਤਰ੍ਹਾਂ ਓਟ ਮੀਲ, ਸੱਤੂ ਤੁਸੀਂ ਲੈ ਸਕਦੇ ਹੋ, ਅਖਰੋਟ, ਬਦਾਮ, ਫਲੈਕਸ ਬੀਜ, ਚੀਆ ਸੀਡਸ ਨੇ ਇਹ ਵੀ ਲੈ ਸਕਦੇ ਹੋ, ਕੇਲ ਪੱਤਾ, ਪੱਤ ਗੋਭੀ, ਬਰੋਕਲੀ। ਆਮ ਚੀਜ਼ਾਂ ਨੇ ਤੁਹਾਨੂੰ ਲੱਗਦਾ ਹੋਏਗਾ, ਪਰ ਸਿਰਫ ਇੰਨਾ ਕੁ ਫਰਕ ਪੈ ਜਾਂਦਾ ਕਿ
ਕਿੰਨੀ ਡੋਜ਼ ਵਿੱਚ ਲਈਆਂ ਜਾਣ। ਜਿਵੇਂ ਬਲੂਬੈਰੀਜ਼, ਤੁਹਾਨੂੰ ਇੱਕ ਮੁੱਠੀ ਬੰਦ ਜਿਹੜੇ ਤੁਹਾਡੇ ਹੱਥ ਵਿੱਚ ਆ ਜਾਵੇ, ਇੰਨੀਆਂ ਕੁ ਬਲੂਬੈਰੀਜ਼ ਜੇ ਤੁਸੀਂ 5 ਦਿਨ ਹਫ਼ਤੇ 'ਚ ਖਾਂਦੇ ਰਹਿੰਦੇ ਹੋ, ਤੁਹਾਨੂੰ ਕਾਫੀ ਮਾਤਰਾ ਵਿੱਚ ਲੋੜੀਂਦੇ ਤੱਤ ਮਿਲ ਜਾਂਦੇ ਨੇ। ਪਰ ਜਿਨ੍ਹਾਂ ਕੋਲ ਇਹ ਨਹੀਂ ਹਨ, ਉਹ ਸੇਬ ਲੈ ਸਕਦੇ ਨੇ, ਖਾਸ ਕਰ ਅਨਾਨਾਸ ਜੇ ਲੈਂਦੇ ਹੋ ਜਿਹਦੇ ਵਿੱਚ ਕਿ ਬ੍ਰੋਮੀਲੇਨ ਹੈ, ਉਹ ਵੀ ਬੜਾ ਫਾਇਦੇਮੰਦ ਹੈ। ਤੁਸੀਂ ਦਵਾਈਆਂ ਪੜ੍ਹਦੇ ਹੋਵੋਗੇ ਦਰਦਾਂ ਦੀਆਂ, ਉਹਦੇ ਵਿੱਚ ਖਾਸ ਜ਼ਿਕਰ ਮਿਲਦਾ ਜੇ ਬ੍ਰੋਮੀਲੇਨ ਦਾ, ਤੇ ਜੇ ਤੁਸੀਂ ਅਨਾਨਾਸ ਦੇ 3 ਪੀਸ ਖਾ ਜਾਂਦੇ ਹੋ ਤੇ ਤੁਹਾਨੂੰ ਉਹਦੇ 'ਚ ਪੂਰਾ ਹੋ ਜਾਂਦਾ। ਸੋ ਇਹ ਦਵਾਈਆਂ ਦੀ ਲੋੜ ਨਹੀਂ ਰਹਿੰਦੀ। ਇਸੇ ਤਰ੍ਹਾਂ ਟਮਾਟਰ, ਮੈਂ ਸਪਸ਼ਟ ਕਰ ਦਿਆਂ, ਟਮਾਟਰ ਜੇ ਤੁਸੀਂ ਮਿਡਲ ਕ ਸਾਈਜ਼ ਦੇ ਲੈ ਲਵੋ, ਵਿਚਕਾਰਲੇ ਮੇਲ ਦੇ 2 ਟਮਾਟਰ ਰੋਜ਼ ਕੱਚੇ, ਸਬਜ਼ੀਆਂ ਵਿੱਚ ਰਿੰਨ ਕੇ ਮਿੱਧ ਕੇ ਉਹਦੇ 'ਚ ਕੁਛ ਨਹੀਂ ਜੇ ਬਚਦਾ। ਸੋ ਜੇ ਤੁਸੀਂ ਨਾਰਮਲ ਮੀਡੀਅਮ ਸਾਈਜ਼ਡ ਟਮਾਟਰ ਰੋਜ਼ ਖਾ ਲੈਂਦੇ ਹੋ, ਤੁਹਾਡੇ ਲਈ ਲਾਈਕੋਪੀਨ ਤੇ ਹੋਰ ਅਨੇਕ ਚੀਜ਼ਾਂ ਨੇ ਜਿਹੜੀਆਂ ਇਹਦੇ ਵਿੱਚ ਤੁਹਾਨੂੰ ਫਾਇਦਾ ਦਿੰਦੀਆਂ ਨੇ। ਐਂਟੀਆਕਸੀਡੈਂਟ ਬੜਾ ਤਗੜਾ ਜੇ। ਸੋ ਇਹ ਔਨ ਐਨ ਐਵਰੇਜ ਜਿੰਨੀਆਂ ਵੀ ਚੀਜ਼ਾਂ ਨੇ ਇੱਕ ਦਿਨ 'ਚ ਖਾਦਿਆਂ ਆਰਾਮ ਨਹੀਂ ਦਿੰਦੀਆਂ ਕਿ ਅੱਜ ਖਾ ਲਿਆ ਕੱਲ੍ਹ ਨੂੰ ਠੀਕ ਹੋਏਗਾ। 3 ਮਹੀਨੇ ਬਾਅਦ ਜੇ ਤੁਸੀਂ ਰੈਗੂਲਰ ਡਾਈਟ ਆ ਜਾਂਦੇ ਜਿਸ 'ਚ ਪੂਰੇ ਦਿਨ 'ਚ ਨਮਕ ਸਿਰਫ 5 ਗ੍ਰਾਮ, ਇਸ ਤੋਂ ਵੱਧ ਨਾ ਹੋਵੇ, ਯਾਨੀ ਅੰਦਾਜ਼ਾ ਲਾ ਲਓ ਕਿ ਜੇ ਤੁਸੀਂ ਇੱਕ ਚਿਪਸ ਦਾ ਪੈਕੇਟ ਖਾ ਜਾਂਦੇ ਹੋ ਤਾਂ ਤੁਸੀਂ 3 ਦਿਨ ਦਾ ਆਪਣਾ ਲੂਣ ਦਾ ਕੋਟਾ ਪੂਰਾ ਕਰ ਲਿਆ। ਸੋ ਇਸ ਕਰਕੇ ਕੋਸ਼ਿਸ਼ ਕਰੋ, ਇਹ ਪ੍ਰੋਸੈਸਡ ਖਾਣੇ ਜਿਹੜੇ ਕਿ ਮੌਤ ਦਾ ਕਾਰਨ ਨੇ, ਬਿਮਾਰੀਆਂ ਦੀ ਜੜ ਬਣ ਚੁੱਕੇ ਨੇ, ਇਹਨਾਂ ਨੂੰ ਨਾ ਹੀ ਖਾਣਾ ਬਿਹਤਰ ਹੈ। ਇਹ ਖਰਾਬ ਕਰਦੇ ਨੇ। ਬਹੁਤ ਸਟਰੋਂਗ ਕੌਫੀ ਖਰਾਬ ਕਰਦੀ ਜੇ। ਫਿਰ ਉਹਨਾਂ ਦੇ ਵਿੱਚ ਜਦੋਂ ਤੁਸੀਂ ਐਡ ਕਰਦੇ ਹੋ ਵਿੱਚ ਕਰੀਮ, ਉਹ ਤੇ ਸੱਤਿਆਨਾਸ ਕਰ ਦਿੰਦੀ ਹੈ। ਪੰਜਾਬੀਆਂ ਲਈ ਖਾਸ ਤੌਰ 'ਤੇ ਵਾਰਨਿੰਗ ਹੈ, ਉਹਨਾਂ ਦੀਆਂ ਦਿਲ ਦੀਆਂ ਨਾੜੀਆਂ ਬਰੀਕ ਹੁੰਦੀਆਂ ਜੇ, ਕੋਰਨਰੀ ਆਰਟਰੀਜ਼। ਸੋ ਉਹ ਹਾਰਟ ਅਟੈਕ ਦਾ ਜੋ ਕਾਰਨ ਬਣਦੀਆਂ ਨੇ। ਓਨੀ ਹੀ ਡਾਈਟ ਤੁਸੀਂ ਕਹਿੰਦੇ ਹੋ ਕਿ ਸਾਡੇ ਨਾਲ ਦੇ ਅਮਰੀਕਨ ਖਾ ਰਹੇ ਸੀ, ਉਨੀ ਕੀ ਅਸੀਂ ਖਾਈ ਤਾਂ ਸਾਨੂੰ ਕੀ ਹੋ ਗਿਆ। ਪਰ ਕਿਉਂਕਿ ਅਸੀਂ ਜੈਨੇਟਿਕਲੀ ਪ੍ਰੋਨ ਆ, ਭੀੜੀਆਂ ਨਾੜੀਆਂ ਹੋਣ ਕਾਰਨ ਸਾਨੂੰ ਥੋੜ੍ਹਾ ਬਹੁਤ ਵੀ ਇਹ ਜਿਹੜੀ ਗੜਬੜ ਹੁੰਦੀ ਹੈ ਖਾਣੇ 'ਚ, ਉਹ ਸਾਨੂੰ ਜ਼ਿਆਦਾ ਅਸਰ ਕਰਦੀ ਹੈ। ਸੋ ਇਸੇ ਕਾਰਨ ਮੈਂ ਵਾਰ-ਵਾਰ ਕਹੀ ਜਾ ਰਹੀ ਸੀ ਕਿ ਤੁਸੀਂ ਕਸਰਤ ਨਾਲ ਜ਼ਰੂਰੀ ਰੱਖੋ, ਕਿਉਂਕਿ ਸਾਨੂੰ ਉਹ ਜੋ ਡਾਈਟ ਸਾਡੀ ਅੱਛੀ ਹੋਣ ਲੱਗ ਜਾਂਦੀ ਹੈ ਜਦੋਂ ਅਸੀਂ ਵਿਕਸਿਤ ਮੁਲਕਾਂ 'ਚ ਜਾਂਦੇ ਹਾਂ। ਪ੍ਰੋਸੈਸਡ ਡਾਈਟ ਵੀ ਵਿੱਚ ਸਾਡੇ ਬਹੁਤ ਵੱਧਦੀ ਹੈ, ਤਾਂ ਉਹ ਸਿਰਫ ਇੱਕ ਜੋੜਾਂ ਦਾ ਨਹੀਂ, ਉਹ ਨਜ਼ਰ 'ਤੇ ਵੀ ਅਸਰ ਪਾਉਂਦੀ ਜੇ, ਸਾਡੇ ਸੋਚਣ ਸਮਝਣ 'ਤੇ ਵੀ ਅਸਰ ਪਾਉਂਦੀ ਜੇ, ਯਾਦਦਾਸ਼ਤ ਛੇਤੀ ਭੁੱਲਣ ਲੱਗ ਜਾਂਦੀ ਹੈ। ਤੁਸੀਂ ਵੇਖੋਗੇ ਅੱਜ ਦੇ ਦਿਨ ਵੀ ਮੈਕਸਿਮਮ ਪੇਸ਼ੈਂਟਸ ਏਸ਼ੀਅਨਸ ਵਿੱਚ ਨੇ, ਜਿਹੜੇ ਸਾਡੇ ਭਾਰਤੀ ਵੀ ਵਿੱਚ ਬਹੁਤ ਵੱਡੀ ਗਿਣਤੀ 'ਚ ਸ਼ਾਮਲ ਨੇ, ਜਿਨ੍ਹਾਂ ਦੇ ਬੱਚਿਆਂ ਨੂੰ ਕਣਕ ਦੀ ਐਲਰਜੀ ਹੋ ਰਹੀ ਹੈ। ਜੀ। ਕਾਰਨ ਕਿਉਂਕਿ ਪ੍ਰੋਸੈਸਡ ਸਾਰੀ ਡਾਈਟ ਹੈ ਸਾਡੀ, ਫਿਰ ਉਹਦੇ ਵਿੱਚ ਵੀ ਛਾਣ ਬੂਰੇ ਵਾਲਾ ਆਟਾ ਅਸੀਂ ਨਹੀਂ ਲੈਂਦੇ, ਤੇ ਫਿਰ ਜਿਹੜੀ ਜੈਨੇਟਿਕਲੀ ਇੰਜੀਨੀਅਰਡ ਉੱਥੇ ਕਣਕ ਦੂਸਰੀ ਮਿਲੀ ਨਹੀਂ ਰਹੀ। ਸੋ ਉਹ ਸਾਡਾ ਕਾਫੀ ਨੁਕਸਾਨ ਸਾਡੇ ਅੰਦਰ ਕਰ ਰਹੀ ਹੈ, ਤਹਿਸ ਨਹਿਸ ਫੇਰ ਦਿੰਦੀ ਹੈ। ਸੋ ਇਸੇ ਲਈ ਅੱਗੇ ਵੀ ਆਪਾਂ ਇੱਕ ਜ਼ਿਕਰ ਕੀਤਾ ਸੀ ਜਿਹੜਾ ਬਹੁਤ ਦੇਖਿਆ ਗਿਆ, ਕਿ ਰਾਗੀ ਦਾ ਆਟਾ ਜਦੋਂ ਅਸੀਂ ਵਰਤਣਾ ਸ਼ੁਰੂ ਕਰਦੇ ਹਾਂ ਛਾਣ ਬੂਰੇ ਵਾਲਾ, ਉਹ ਕਾਫੀ ਕਵਰ ਅਪ ਕਰ ਜਾਂਦਾ ਜੇ ਇਹ ਸਾਰੀਆਂ ਜਿਹੜੀਆਂ ਅਸੀਂ ਨੁਕਸਾਨ ਕਰ ਚੁੱਕੇ ਹੁੰਦੇ ਹਾਂ। ਪਰ ਕਵਰ ਅਪ ਕਰਦੇ ਨੂੰ ਵੀ 3 ਮਹੀਨੇ 'ਚ ਤਾਂ ਉਹਦੇ ਕਹਿ ਲਓ 12% ਫਰਕ ਪਿਆ, 6 ਮਹੀਨੇ 'ਚ ਫਿਰ ਅੱਗੋਂ ਹੋਰ, ਜਿਹਦੇ ਵਿੱਚ ਕਿ ਟੋਟਲ ਸਟ੍ਰਿਕਟ ਕੰਟਰੋਲ ਆਫ ਸ਼ੂਗਰ ਤੇ ਸਾਲਟ ਦਾ ਕਰਨਾ ਹੁੰਦਾ ਹੈ। ਸੋ ਇਹ ਮਤਲਬ ਸਮਝ ਲਓ ਕਿ ਇੱਕ ਤਰੀਕੇ ਵਾਪਸ ਸਰੀਰ ਨਾਰਮਲ ਲਿਆਂਦਿਆਂ 1.5 ਤੋਂ 2 ਸਾਲ ਲੱਗ ਜਾਂਦੇ ਨੇ, ਜੇ ਸਿਰਫ ਡਾਈਟ ਨਾਲ ਅਸੀਂ ਸਭ ਕੁਝ ਠੀਕ ਕਰਨਾ ਹੋਵੇ। ਡਾਕਟਰ ਸਾਹਿਬ, ਇੱਕ ਚੀਜ਼ ਮੈਂ ਪੁੱਛਣੀ ਭੁੱਲ ਨਾ ਜਾਵਾਂ, ਇਸ ਵਕਤ ਜਦੋਂ ਆਪਾਂ ਇਹ ਸਾਰੀ ਗੱਲਬਾਤ ਕਰਦੇ ਪਏ ਹਾਂ, ਉਦੋਂ ਦੁਨੀਆ ਦੇ ਵਿੱਚ ਕਰੋਨਾ ਨਾਂ ਦੀ ਬਿਮਾਰੀ ਦੀ ਚਰਚਾ ਵੀ ਹੈਗੀ ਆ। ਇਹਨੂੰ ਹੁਣ 1.5 ਸਾਲ ਹੋ ਗਿਆ, ਪਹਿਲੀ ਵੇਵ ਆਈ, ਫਿਰ ਦੂਜੀ ਆਈ, ਹੁਣ ਇੱਕ ਤੀਜੀ ਵੇਵ ਦੀ ਵੀ ਚਰਚਾ ਚੱਲ ਪਈ। ਇਹ ਤੀਸਰੀ ਵੇਵ ਜਿਹੜੀ ਹੈ, ਇਹਦੇ ਬਾਰੇ ਕਿਹਾ ਜਾਂਦਾ ਹੈ ਕਿ ਸ਼ਾਇਦ ਇਹ ਬੱਚਿਆਂ ਲਈ ਘਾਤਕ ਹੈ, ਪਰ ਇਹਦੇ ਵੱਖਰੇ ਵੱਖਰੇ ਰੂਪ ਵੀ ਨੇ। ਮੈਂ ਚਾਹੁੰਦਾ ਸੀ ਥੋੜ੍ਹੀ ਜਿਹੀ ਉਹਦੇ 'ਤੇ ਵੀ ਆਪਾਂ ਗੱਲਬਾਤ ਕਰੀਏ ਜੀ, ਜਾਣਕਾਰੀ ਦਈਏ ਆਪਣੇ ਪਰਿਵਾਰ ਦੇ ਮੈਂਬਰਾਂ ਨੂੰ ਵੀ ਇਹ ਕੀ ਚੀਜ਼ ਆ ਅਤੇ ਕਿੱਥੇ ਕੱਪੜੀ ਜੀ। ਦੇਖੋ ਭਾਜੀ, ਡਰਾਉਣਾ ਕਿਸੇ ਵੀ ਡਾਕਟਰ ਲਈ ਬਹੁਤ ਸੌਖਾ ਹੈ। ਚੱਲੇ, ਬਿਲਕੁਲ ਚੱਲੇ, 2 ਹੀ ਮਿੰਟ ਰਹਿ ਗਏ ਨੇ, ਦਿਲ ਬਚਾਉਣਾ ਹੈ, ਫਟਾਫਟ ਕਰੋ, ਤਾਂ ਉਹ ਕਿਸੇ ਲਈ ਵੀ ਭਾਜੜ ਪੈ ਜਾਂਦੀ ਹੈ ਕਿ ਜਾਨ ਬਚਾਉਣੀ ਚਾਹੀਦੀ ਹੈ। 2 ਚੀਜ਼ਾਂ ਸਪਸ਼ਟ ਕਰਦਿਆਂ ਮੈਂ, ਇਹ ਖਤਰਨਾਕ ਵੇਵ ਬੱਚਿਆਂ ਲਈ ਸਾਡਾ ਮੇਰਾ ਖਿਆਲ ਹੈ ਇਹ ਹਾਲ ਪਹੁੰਚ ਚੁੱਕਿਆ, ਤੇ ਅਨੇਕ ਪ੍ਰੋਗਰਾਮ ਅਸੀਂ ਦੇਖ ਵੀ ਰਹੇ ਹਾਂ ਜਿਨ੍ਹਾਂ ਵਿੱਚ ਯਰਕਾਇਆ ਪਿਆ, ਲੋਕਾਂ ਨੂੰ ਤੜਫ ਗਏ ਨੇ ਲੋਕ ਬੱਚਿਆਂ ਵਾਸਤੇ। ਆਪਣਾ ਤਾਂ ਫਿਰ ਵੀ ਛੱਡ ਸਕਦੇ ਨੇ, ਪਰ ਬੱਚਿਆਂ ਲਈ ਬਹੁਤ ਡਰਦੇ ਨੇ। 2 ਕੁ ਚੀਜ਼ਾਂ ਦੇਖੋ। ਪਹਿਲੀ ਗੱਲ ਕਿ ਬੱਚਿਆਂ ਵਿੱਚ ਜੋ ਕਿ ਕਰੋਨਾ ਵਾਇਰਸ ਚਿਪਕਦੀ ਹੈ ਜਿਹਦੇ ਨਾਲ,
ਇਸ ਰਿਸੈਪਟਰਸ ਜਿਨ੍ਹਾਂ ਦੇ ਰਾਹੀਂ ਅੰਦਰ ਵੜਦੀ ਹੈ, ਬੱਚਿਆਂ ਵਿੱਚ ਪਹਿਲੀ ਗੱਲ ਤਾਂ ਉਹ ਨਾ ਬਰਾਬਰ ਬਹੁਤ ਘੱਟ ਹੁੰਦੇ ਨੇ। ਸੋ ਪਹਿਲੀ ਗੱਲ ਤਾਂ ਉਹਨਾਂ ਨੂੰ ਇਸੇ ਕਰਕੇ ਖਤਰਾ ਵੀ ਲਗਭਗ ਨਾ ਬਰਾਬਰ ਤੇ ਬਹੁਤ ਘੱਟ ਹੈ। ਦੂਸਰੀ ਚੀਜ਼ ਬੜੀ ਇੰਟਰਸਟਿੰਗ, ਜੇ ਆਪਾਂ ਸੋਚਦੇ ਹਾਂ ਮਾਂ ਦੇ ਢਿੱਡ 'ਚੋਂ ਬਣਿਆ ਬਣਾਇਆ ਜੋ ਬੱਚਾ ਆ ਗਿਆ, ਠੀਕ ਹੋ ਗਿਆ, ਪਰ ਫੇਫੜਿਆਂ ਦੀ ਜਦੋਂ ਗੱਲ ਕਰਦੇ ਹਾਂ, ਖਾਸ ਕਰਕੇ ਇਹਨਾਂ ਦੇ ਮਹੀਨ ਜਿਹੜੇ ਹਿੱਸੇ ਹੁੰਦੇ ਨੇ, ਤੁਹਾਨੂੰ ਸ਼ਾਇਦ ਨਾ ਅੰਦਾਜ਼ਾ ਹੋਏ ਕਿ 8 ਸਾਲ ਦੀ ਉਮਰ ਤੱਕ ਜੰਮਣ ਤੋਂ ਬਾਅਦ ਵੀ ਉਹ ਬਣਦੇ ਰਹਿੰਦੇ ਨੇ ਜੀ। ਇਸੇ ਲਈ ਅਸੀਂ ਜਦੋਂ ਬਿਮਾਰੀਆਂ ਦੀ ਵੀ ਗੱਲ ਕਰਦੇ ਹਾਂ ਕਿ ਹਾਰਟ ਅਟੈਕ ਜੇ ਛੋਟੀ ਉਮਰ 'ਚ ਹੋਣਾ ਜੇ, ਇਹਦਾ ਮਤਲਬ ਹੈ 1 ਸਾਲ ਦੀ ਉਮਰ ਤੋਂ ਪਹਿਲਾਂ ਕਿੰਨਾ ਥਿੰਦਾ ਲੈ ਲਿਆ। ਤੁਸੀਂ ਦੇਖੋ, ਅਸੀਂ ਪਿਆਰ ਦਾਦੀਆਂ ਨਾਨੀਆਂ ਦੇ ਦੇਸੀ ਘਿਓ 'ਚ ਅਸੀਂ ਆਟਾ ਭੁੰਨ ਕੇ ਤੇ ਕੜਾਹ ਵੀ ਤੇ ਹੋਰ ਸਭ ਕੁਝ ਜਿੰਨਾ ਕੁ ਅਸੀਂ ਦੇ ਰਹੇ ਹਾਂ, ਉਹ ਸਾਡਾ ਅਸਰ, ਕਿਉਂਕਿ ਓਨਾ ਕੰਮ ਨਹੀਂ ਕਰਦੇ ਕਿ ਬੋਰੀਆਂ ਚੁੱਕ ਕੇ ਅਸੀਂ ਤੁਰਦੇ ਹੋਈਏ, ਬੈਠ ਕੇ ਹਿਲਾ ਦਿੰਦੇ ਹਾਂ ਕਿ ਜੋ ਮਰਜ਼ੀ ਉਂਗਲ ਨਾਲ ਘੁਮਾਓ ਤੇ ਸਾਡੇ ਪੱਖੇ ਵੀ ਚੱਲ ਜਾਣ, ਏਸੀ ਵੀ ਚੱਲ ਜਾਣ। ਸੋ ਜਿੰਨੀ ਹਿਲਜੁਲ ਘੱਟ ਹੁੰਦੀ ਹੈ, ਓਨਾ ਸਰੀਰ ਸਗੋਂ ਛੇਤੀ ਬਿਮਾਰੀਆਂ ਦੀ ਮਾਰ ਹੇਠ ਆਉਂਦਾ। ਥਰਡ ਵੇਵ ਦੇ ਵਿੱਚ ਜਿਹੜਾ ਅਸਰ ਹੁੰਦਾ, ਜੇ ਕਿਉਂ ਮੌਤਾਂ ਕਿਉਂ ਹੋਈਆਂ ਸੀ, ਸਾਡੇ ਵੈਂਟੀਲੇਟਰ ਦਾ ਰੌਲਾ ਤਾਂ ਬਹੁਤ ਪਿਆ, ਪਰ ਅੱਜ ਤਾਂ ਹੁਣ ਖੋਜਾਂ ਸਪਸ਼ਟ ਕਰ ਚੁੱਕੀਆਂ ਨੇ ਕਿ ਵੈਂਟੀਲੇਟਰ ਤੇ ਸਗੋਂ ਮੌਤ ਹੁੰਦੀ ਜੇ, ਕਿਉਂਕਿ ਜਿਹੜੀ ਚੀਜ਼ ਵੈਂਟੀਲੇਟਰ ਨੇ ਕਰਨੀ ਹੈ ਆਦਾਨ ਪ੍ਰਦਾਨ ਆਕਸੀਜਨ ਦੀ, ਉਸ ਥਾਂ ਤੇ ਹੀ ਤਾਂ ਉਹ ਚੱਪੇ ਜੰਮੇ ਹੁੰਦੇ ਨੇ ਜਿਨ੍ਹਾਂ ਵਿੱਚ ਇਹ ਕਰੋਨਾ ਅੰਦਰ ਐਕਚੁਅਲੀ ਬਲੌਕ ਹੀ ਲਾ ਦਿੰਦੀ ਹੈ ਉੱਥੇ, ਜੋ ਸਾਨੂੰ ਯਾਨੀ ਜਿੱਥੇ ਖੂਨ ਜੰਮ ਜਾਂਦਾ, ਇੱਕ ਤਰੀਕੇ ਸੌਖੇ ਸਮਝਾ ਦਿਆਂ ਤਾਂ ਉਹ ਰਸਤਾ ਹੀ ਬੰਦ ਕਰ ਦਿੰਦੀ ਹੈ। ਸੋ ਵੈਂਟੀਲੇਟਰ ਨੇ ਕੁਝ ਖਾਸ ਕਰਨਾ ਹੁੰਦਾ ਹੀ ਨਹੀਂ। ਇਸੇ ਲਈ ਹੁਣ ਸਾਰਾ ਜ਼ੋਰ ਖੂਨ ਪਤਲਾ ਕਰਨ ਉੱਤੇ ਲਾਇਆ ਜਾ ਰਿਹਾ ਕਿ ਉਹ ਚੱਪੇ ਜੰਮਣ ਹੀ ਨਾ। ਤਾਂ ਵੈਂਟੀਲੇਟਰ ਦੀ ਅਸੀਂ ਦੁਨੀਆ ਭਰ ਵਿੱਚ, ਇਹ ਨਹੀਂ ਕਿ ਕਿਤੇ ਸਿਰਫ ਭਾਰਤ ਹੋਇਆ ਜਾਂ ਕਿਤੇ ਇੱਕ ਹਸਪਤਾਲ ਦੀ ਗੱਲ ਹੈ, ਦੁਨੀਆ ਭਰ ਵਿੱਚ, ਕਿਉਂਕਿ ਸਮਝ ਹੀ ਨਹੀਂ ਸੀ, ਹਜ਼ਾਰਾਂ ਬੰਦੇ ਸ਼ਾਇਦ ਇਹਦੇ ਉੱਤੇ ਵੈਂਟੀਲੇਟਰਾਂ ਤੇ ਪਏ, ਜਿਨ੍ਹਾਂ ਦੇ ਤਾਂ ਪੂਰਨ ਬਲੌਕੇਜ ਸੀ, ਉਹ ਤਾਂ ਨਹੀਂ ਬਚੇ, ਤੁਰ ਗਏ। ਪਰ ਜਿਹੜੇ ਬਚੇ ਵੀ, ਉਹਨਾਂ ਨੂੰ ਵੀ ਲਾਈਫ ਲੌਂਗ, ਉਹਨਾਂ 'ਚ ਵੀ ਅੱਗੋਂ 80% ਨੂੰ ਇਹ ਸਾਹ ਚੜ੍ਹਨਾ ਜਾਂ ਹੋਰ ਇਸ ਤਰ੍ਹਾਂ ਦੀਆਂ ਡਿਜ਼ੀਜ਼ਸ ਹੋ ਚੁੱਕੀਆਂ ਨੇ, ਜਿਨ੍ਹਾਂ ਵਿੱਚ ਕਰੋਨਿਕ ਫਟੀਗ ਸਿੰਡਰੋਮ ਵੀ ਹੈ, ਡਿਪਰੈਸ਼ਨ ਵੀ ਬੜੀਆਂ ਨੂੰ ਹੈ, ਮੌਤ ਤੋਂ ਭੈ ਹੋਣਾ ਸ਼ੁਰੂ ਹੋ ਗਿਆ, ਕਈਆਂ ਦੇ ਪਾਸੇ ਮਰ ਚੁੱਕੇ ਨੇ, ਕਈਆਂ ਨੂੰ ਸੁਣਨੋਂ ਰਹਿ ਗਿਆ, ਕਈਆਂ ਦੀ ਨਜ਼ਰ ਚਲੀ ਗਈ। ਇਹ ਕਾਫੀ ਲੱਛਣ ਜਿਹੜੇ ਕਰੋਨਿਕ ਤੌਰ ਤੇ ਹੁਣ ਸਾਹਮਣੇ ਦਿਸ ਰਹੇ ਨੇ। ਸਰੀਰ ਟੁੱਟਦਾ ਰਹਿਣਾ, ਬਹੁਤ ਛੇਤੀ ਥਕਾਵਟ ਹੋਣੀ। ਤੁਸੀਂ ਕਮਾਲ ਦੇਖੋ ਕਿ ਜਿਹੜੇ ਵਧੀਆ ਸਪੋਰਟਸ ਪਰਸਨ ਵੀ ਦੇਖੇ ਗਏ ਨੇ ਕਿ ਕਰੋਨਾ ਤੋਂ ਬਾਅਦ ਵੀ ਉੱਠਣ ਨੂੰ ਦਿਲ ਨਾ ਕਰਨਾ, ਦਰਦਾਂ ਜਿਹੀਆਂ ਹੁੰਦੀਆਂ ਰਹਿਣੀਆਂ, ਇਸ ਤਰ੍ਹਾਂ ਦੀ ਇਹ ਚੀਜ਼ਾਂ ਦੇਖਣ ਨੂੰ ਮਿਲ ਰਹੀਆਂ ਨੇ। ਪਰ ਜਿਹੜੇ ਰਿਕਵਰ ਹੋਏ ਨੇ ਸਿਰਫ ਆਪਣੀ ਚੜ੍ਹਦੀ ਕਲਾ ਨਾਲ ਕਿ ਮੈਂ ਕਰ ਸਕਦਾ, ਮੈਂ ਤੁਰਨਾ, ਮੈਂ ਦੌੜਨਾ, ਤਾਂ ਉਹ ਛੇਤੀ ਸਗੋਂ ਰਿਕਵਰ ਹੋਏ। ਬਿਲਕੁਲ ਸਹੀ। ਯਾਨੀ ਮਨ ਤੋਂ ਤਗੜਾ ਡਾਕਟਰ ਕੋਈ ਨਹੀਂ। ਪਰ ਬੱਚਿਆਂ 'ਚ ਕਿਉਂਕਿ ਉਹ ਫੇਫੜੇ ਦਾ ਨੁਕਸ ਹੋਣ ਦੇ ਬਾਵਜੂਦ ਵੀ 8 ਸਾਲ ਦੀ ਉਮਰ ਤੱਕ ਉਹ ਚੇਂਜ ਓਵਰ ਹੁੰਦੇ ਰਹਿੰਦੇ ਨੇ, ਅੰਦਰੋਂ ਰਿਪੇਅਰ ਚਲਦੀ ਹੈ, ਫਿਰ ਉਹਦੀ ਨਵੀਂ ਡਿਵੈਲਪਮੈਂਟ ਹੁੰਦੀ ਜਾਂਦੀ ਹੈ। ਸੋ ਇਸ ਕਰਕੇ ਇਹਨਾਂ ਨੂੰ, ਬੱਚਿਆਂ ਨੂੰ ਕੋਵਿਡ ਦਾ ਖਤਰਾ ਕਾਫੀ ਘੱਟ ਹੈ। ਇੰਟਰਸਟਿੰਗ ਸਟੱਡੀ ਦੱਸਦੀ ਹਾਂ, ਮੈਂ ਅਜੇ ਤੱਕ ਕਿਸੇ ਵੀ ਹੋਰ, ਮੇਰਾ ਖਿਆਲ ਹੈ ਕਿਸੇ ਟੀਵੀ ਜਾਂ ਰੇਡੀਓ ਤੇ ਅਜੇ ਗੱਲ ਨਹੀਂ ਹੋਈ, ਫਸਟ ਟਾਈਮ ਡਿਕਲੇਅਰ ਕਰਨ ਲੱਗੀਆਂ ਸੀ। ਰਜਿੰਦਰਾ 'ਚ ਸ਼ੁਰੂ ਕੀਤਾ ਸੀ ਇੱਕ ਆਪਣੇ ਪੱਧਰ ਤੇ ਟੈਸਟ ਕਰਨੇ, ਕਿ ਬੱਚਿਆਂ ਵਿੱਚ ਟੈਸਟ ਕਰਾ ਕੇ ਤਾਂ ਦੇਖੀਏ ਕਿ ਇਹਨਾਂ ਨੂੰ ਕਿੰਨੇ ਕੁ ਪ੍ਰੋਨ ਨੇ। ਮਜ਼ੇਦਾਰ ਚੀਜ਼ ਪਤਾ ਲੱਗੀ ਕਿ ਸਾਡੇ ਵਾਰਡ 'ਚ ਮਿਸਾਲ ਵਜੋਂ ਉਦਣ 40 ਪੇਸ਼ੈਂਟ ਦਾਖਲ ਸੀ, 40 ਦੇ 40 ਦੇ ਕਿਸੇ ਨੂੰ ਵੀ ਕੋਵਿਡ ਦਾ ਨਾ ਕੋਈ ਲੱਛਣ ਸੀ, ਨਾ ਕੰਟੈਕਟ ਸੀ, ਨਾ ਉਹਨਾਂ ਦੇ ਕੋਈ ਲੱਭਿਆ ਕਿਸੇ ਨੂੰ। ਜੇ ਹੋਇਆ ਹੋਵੇ, ਵਿੱਚੋਂ ਮੇਰੇ ਖਿਆਲ 5 ਜਣੇ ਸਨ ਜਿਨ੍ਹਾਂ ਦੇ ਨੇਬਰਸ ਵਿੱਚ ਜਾਂ ਜਿਹਦੇ ਘਰ 'ਚ ਕੋਵਿਡ ਹੋਇਆ, ਪਰ ਉਹਨਾਂ ਨੂੰ ਕੋਈ ਲੱਛਣ ਨਹੀਂ ਸੀ ਹੋਇਆ। ਤੇ ਅਸੀਂ ਜਦੋਂ ਉਹਨਾਂ ਸਾਰਿਆਂ ਦੇ ਟੈਸਟ ਕਰਾਏ ਤਾਂ ਦੇਖਿਆ ਕਿ ਉਹਨਾਂ ਦੇ ਸਾਰਿਆਂ ਵਿੱਚ ਐਂਟੀਬਾਡੀ ਪੋਜ਼ਿਟਿਵ ਸੀ। ਯਾਨੀ ਉਹ ਕਿਵੇਂ ਹੋਈ, ਕਿਸ ਤਰੀਕੇ ਉਹਨਾਂ ਦੇ ਸਰੀਰ 'ਚ ਵਾਇਰਸ ਵੜੀ, ਕਿਵੇਂ ਉਹਨਾਂ ਨੂੰ ਇਮਿਊਨਿਟੀ ਵੀ ਦੇ ਗਈ, ਤੇ ਉਹ ਹੁਣ ਉਹਨਾਂ ਨੂੰ ਯਾਨੀ ਬਿਮਾਰੀ ਹੋਣੀ ਵੀ ਨਹੀਂ, ਕਿਉਂਕਿ ਉਹਨਾਂ ਕੋਲ ਪਹਿਲਾਂ ਹੀ ਐਂਟੀਬਾਡੀਜ਼ ਨੇ। ਤਾਂ ਇਸ ਤੋਂ ਬਾਅਦ ਅਸੀਂ ਅਗਲੇ ਦਿਨ ਫਿਰ ਹੋਰ ਵੀ ਆਊਟਡੋਰ ਚਾਹੇ ਮਰੀਜ਼ਾਂ ਦਾ ਕੀਤਾ, ਫਿਰ ਤੀਜੇ ਦਿਨ, ਚੌਥੇ ਦਿਨ, ਅੱਜ ਸਾਨੂੰ ਆਲਮੋਸਟ 26 ਦਿਨ ਹੋ ਗਏ ਨੇ ਟੈਸਟ ਕਰਾਉਂਦੇ ਆ। ਮੈਂ ਅਜੇ ਅਸੀਂ ਇਹ ਰਿਪੋਰਟ ਪੂਰੀ ਬਣਾਉਣੀ ਹੈ, ਤੇ ਸਾਨੂੰ ਤਾਂ ਲਗਭਗ 100% ਜਿੰਨੇ, ਸਿਵਾਏ 4 ਦੇ ਜਿਨ੍ਹਾਂ ਦੇ ਨਹੀਂ ਆਇਆ, 4-5 ਹੋਣਗੇ, ਐਗਜ਼ੈਕਟ ਰਿਪੋਰਟ ਤਾਂ ਹੁਣ ਫਾਈਨਲ ਅਜੇ ਅਸੀਂ ਕਰਨੀ ਹੈ,
ਪਰ ਸਾਰੇ ਬੱਚਿਆਂ 'ਚ ਐਂਟੀਬਾਡੀਜ਼ ਸਾਨੂੰ ਲੱਭ ਗਏ ਜੀ। ਇਹਦਾ ਮਤਲਬ ਇਹਨਾਂ ਨੂੰ ਹਰਡ ਇਮਿਊਨਿਟੀ ਹੋਈ ਪਈ ਹੈ ਤੇ ਉਹਨਾਂ ਰਿਸਕ ਜਿੰਨਾ ਕੁ ਡਰਾਇਆ ਜਾ ਰਿਹਾ ਸ਼ਾਇਦ ਨਾ ਹੋਵੇ। ਤੇ ਜੇ ਆਈ ਵੀ ਕੋਈ ਵੇਵ ਇਹਨਾਂ ਵਿੱਚ ਜੇ ਸ਼ਕਲ ਤਬਦੀਲ ਕਰ ਜਾਂਦੀ ਹੈ ਵਾਇਰਸ, ਕੋਈ ਹੋਰ ਤਰੀਕੇ ਵੀ ਆਉਂਦੀ ਹੈ, ਤਾਂ ਸ਼ਾਇਦ ਉਨੀ ਜਾਨਲੇਵਾ ਨਾ ਹੋਵੇ। ਇੱਕ ਜ਼ਰੂਰ ਲੱਛਣ ਇਹਨਾਂ 'ਚ ਕਾਫੀ ਦਿਸ ਰਿਹਾ ਜਿਹਦੇ ਵਿੱਚ ਮਤਲਬ ਕਾਫੀ ਸਾਰੇ ਅੰਗ ਇਕੱਠੇ ਇਨਵੋਲਵ ਹੋ ਜਾਂਦੇ ਨੇ। ਉਹ ਕੇਸ ਜ਼ਰੂਰ ਥੋੜ੍ਹੇ ਵੱਧ ਸਾਨੂੰ ਦਿਸ ਰਹੇ ਨੇ ਜਿਨ੍ਹਾਂ 'ਚ ਕਾਵਾਸਾਕੀ ਡਿਜ਼ੀਜ਼ ਜਾਂ ਮਿਸੀ, ਜਿਹਨੂੰ ਅਸੀਂ ਇੱਕ ਹੋਰ ਇਹ ਬਿਮਾਰੀ ਜੋ ਦਿਸ ਰਹੀ ਹੈ ਜਿਸ 'ਚ ਦਾਣੇ ਨਿਕਲਦੇ ਨੇ, ਸਾਰੇ ਹੀ ਅੰਗ ਲਗਭਗ ਜਿਗਰ, ਗੁਰਦੇ, ਸਭ ਕੁਝ, ਦਿਮਾਗ ਤੇ ਵੀ, ਹਰ ਚੀਜ਼, ਹਾਰਟ ਤੇ ਵੀ, ਸਭ ਪਾਸੇ ਅਸਰ ਪੈ ਜਾਂਦਾ ਹੈ, ਚਮੜੀ ਉਤਰਨੀ ਸ਼ੁਰੂ ਹੋ ਜਾਂਦੀ ਹੈ। ਸੋ ਇਹ ਮੂੰਹ ਸਾਰਾ ਪੱਕ ਜਾਂਦਾ, ਅੱਖਾਂ ਲਾਲ ਹੋ ਜਾਂਦੀਆਂ ਨੇ। ਇਸ ਹਾਲ ਵਿੱਚ ਵੀ ਅਸੀਂ ਜਿਵੇਂ ਹੈਵੀ ਡੋਜ਼ ਉਹਨੂੰ ਇਮੀਡੀਏਟਲੀ ਸਟੀਰੋਇਡ ਜਾਂ ਮਹਿੰਗਾ ਇਲਾਜ ਜਿੱਥੇ ਇੰਟਰਾਵੀਨਸ ਗਲੋਬੂਲਿਨਸ ਦੇਣੇ ਪੈਂਦੇ ਨੇ, IVIG, ਉਹ ਪਰ ਅਸੀਂ ਕਾਫੀ ਬੱਚੇ ਸਾਡੇ ਕੋਲ ਜੋ ਆਏ ਵੀ ਸਨ ਕੁਝ ਕੇਸ, ਅਸੀਂ ਉਹਨਾਂ ਨੂੰ ਪੂਰਨ ਰੂਪ ਵਿੱਚ ਠੀਕ ਕਰਕੇ ਯਾਨੀ ਡਿਸਚਾਰਜ ਕਰਕੇ ਘਰ ਭੇਜਿਆ। ਸੋ ਇੰਨੀ ਸਾਡੇ ਕੋਲ ਮੈਨੂੰ ਨਹੀਂ ਯਾਦ ਚੇਤੇ ਵਿੱਚ ਕਿ ਜਿਹੜੀ ਅਸੀਂ ਰਿਪੋਰਟਸ ਅਜੇ ਤੱਕ ਵੀ ਭੇਜੀਆਂ ਕਿਸੇ ਇੱਕ ਵੀ ਬੱਚੇ ਦੀ ਸਾਡੇ ਕੋਲ ਮੌਤ ਹੋਈ ਹੋਵੇ। ਇੰਟਰਨੈਸ਼ਨਲ ਰਿਪੋਰਟਸ ਨੇ ਜਿੱਥੇ ਹੋਈਆਂ, ਪਰ ਜਿਨ੍ਹਾਂ ਨੂੰ ਹੋਈਆਂ ਉਹਨਾਂ ਨੂੰ ਪਹਿਲਾਂ ਕੋਈ ਹੋਰ ਬਿਮਾਰੀ ਸੀ ਬੱਚਿਆਂ ਨੂੰ, ਜਿਵੇਂ ਕੰਜੈਨਿਟਲ ਹਾਰਟ ਡਿਜ਼ੀਜ਼ ਸੀ ਉਹਨਾਂ ਨੂੰ, ਜਾਂ ਉਹਨਾਂ ਦਾ ਲਿਵਰ ਡੈਮੇਜ ਸੀ, ਕੋਈ ਉਸ ਤਰ੍ਹਾਂ ਦੇ ਨੁਕਸ ਸਨ, ਜਾਂ ਜਿਵੇਂ ਮਾਂ ਸ਼ਰਾਬ ਬਹੁਤ ਪੀਂਦੀ ਸੀ, ਕੁਛ ਉਹਦੇ 'ਚ ਨੁਕਸ ਬੱਚਿਆਂ ਨੂੰ ਹੋ ਚੁੱਕੇ ਸਨ ਉੱਧਰੋਂ, ਯਾਨੀ ਕੋਈ ਹੋਰ ਜਾਂ ਕੋਈ ਨਸ਼ੇ ਕਰ ਰਹੇ ਸਨ ਬੱਚੇ। ਉਸ ਤਰੀਕੇ ਦੇ ਕੇਸਿਸ ਵਿੱਚ ਜ਼ਰੂਰ ਇਹਨਾਂ ਨੂੰ ਕੁਛ ਨਾ ਕੁਛ ਸਾਨੂੰ ਦਿਖਿਆ ਜਿਹੜੇ ਨੁਕਸ ਜਿਨ੍ਹਾਂ 'ਚ ਜਾਨ ਨੂੰ ਖਤਰਾ ਹੋਇਆ। ਅਦਰਵਾਈਜ਼ ਤਾਂ ਨਾਰਮਲ ਇਹਨਾਂ ਕੇਸਿਸ ਵਿੱਚ ਅਸੀਂ ਮੌਤ ਹਾਲੇ ਤੱਕ ਦੇਖੀ ਨਹੀਂ। ਜੀ। ਇਹ ਵੈਸੇ ਡਾਕਟਰ ਸਾਹਿਬ ਇਹ ਤੁਹਾਡੀ ਜਾਣਕਾਰੀ, ਇਨਫੋਰਮੇਸ਼ਨ ਜਿਹੜੀ ਹੈ ਜੀ, ਮੇਰੇ ਖਿਆਲ ਨਾਲ ਬਹੁਤ ਸਾਰੇ ਲੋਕਾਂ ਲਈ ਬੜੀ ਰਾਹਤ ਦੀ ਖਬਰ ਹੋਏਗੀ, ਕਿਉਂਕਿ ਇਹ ਜਦੋਂ ਕੰਮ ਚੱਲਦਾ ਨਾ ਜੀ, ਇੱਕ ਵੇਵ ਤੋਂ ਬਾਅਦ ਦੂਜੀ ਤੋਂ ਬਾਅਦ ਤੀਜੀ ਤੇ ਤੀਜੀ ਦੇ ਵਿੱਚ ਵੀ ਇਹ ਕਿਹਾ ਜਾਣਾ ਵੀ ਉਹ ਪਹਿਲਾਂ ਤਾਂ ਇਹ ਬਜ਼ੁਰਗਾਂ ਲਈ ਸੀ, ਦੂਸਰੀ ਜਵਾਨਾਂ ਲਈ ਹੈ, ਤੇ ਤੀਸਰੀ ਹੁਣ ਬੱਚਿਆਂ ਲਈ ਹੋਊਗੀ। ਉਹ ਬੜਾ ਡਹਿਲ ਸੀਗਾ। ਚਲੋ ਇਹ ਤੁਸੀਂ ਦੱਸਿਆ, ਇਹਦੇ ਲਈ ਬੜਾ ਧੰਨਵਾਦ ਤੁਹਾਡਾ। ਪਰ ਇੱਕ ਚੀਜ਼ ਮੈਂ ਹੋਰ ਇੱਥੇ ਜਾਂਦਾ ਤੁਹਾਨੂੰ ਜ਼ਰੂਰ ਪੁੱਛਣੀ ਚਾਹੁੰਦਾ। ਆਪਾਂ ਨਾ ਜੀ ਵਾਹਵਾ ਦੇਰ ਪਹਿਲਾਂ ਇੱਕ ਪ੍ਰੋਗਰਾਮ ਕੀਤਾ ਸੀ ਖਾਸ ਕਰਕੇ ਖੋਪੇ ਦੇ ਤੇਲ ਬਾਰੇ, ਨਾਰੀਅਲ ਨਾਲ ਸੰਬੰਧਿਤ। ਉਹ ਬੜੇ ਲੋਕਾਂ ਦੇ ਮਨਾਂ 'ਚ ਅਜੇ ਵੀ ਕਈ ਨਾ ਕਿਤੇ ਸਵਾਲ ਆ ਜਾਂਦਾ ਵੀ ਉਹ ਤੇਲ ਹੁੰਦਾ ਕਿਹੜਾ। ਮੈਨੂੰ ਇਸ ਆਖਰੀ ਆਪਣੇ ਕੋਲ 2 ਮਿੰਟ ਬਚੇ ਨੇ, ਜੇ ਤੁਸੀਂ ਕਲੀਅਰ ਕਰ ਦਿਓ ਤਾਂ ਬੜਾ ਧੰਨਵਾਦ। ਦੇਖੋ, ਖੋਪੇ ਨੂੰ ਜਦੋਂ ਅਸੀਂ ਆਮ ਖੋਪੇ ਦਾ ਤੇਲ ਸ਼ਾਇਦ ਬਚਪਨ 'ਚ ਵੀ ਸਭ ਨੂੰ ਪਤਾ ਹੋਏਗਾ ਕਿ ਸਿਰਾਂ 'ਤੇ ਚੱਸਦੇ ਰਹੇ, ਸਰੀਰਾਂ 'ਤੇ ਲਾਉਂਦੇ ਰਹੇ, ਖਾਣਾ ਵੀ ਪਕਾਉਂਦੇ ਰਹੇ, ਬਹੁਤ ਕੁਛ ਹੁੰਦਾ ਰਿਹਾ। ਉਹ ਖੋਪੇ ਦਾ ਤੇਲ ਅਸਲ 'ਚ ਹੁੰਦਾ ਸੀ ਜਿਹੜਾ ਪੱਕਿਆ ਹੋਇਆ ਖੋਪਾ ਹੁੰਦਾ ਜੇ, ਉਹਦੇ ਵਿੱਚੋਂ ਕੱਢਿਆ ਗਿਆ ਹੁੰਦਾ ਸੀ, ਉਸ 'ਚੋਂ ਯਾਨੀ ਵਰਤੋਂ 'ਚ ਜੋ ਆਉਂਦਾ ਰਿਹਾ। ਇਹ ਇੱਕ ਨਵੀਂ ਖੋਜ ਜਿਹਦੇ ਨਾਲ ਹੁਣ ਤਾਂ ਖੈਰ ਉਹਦੀ ਕੋਵਿਡ ਦੇ ਵਿੱਚ ਵੀ ਬੜੀ ਜ਼ਬਰਦਸਤ ਉਹਦਾ ਰੋਲ ਉੱਗੜ ਕੇ ਸਾਹਮਣੇ ਆਇਆ, ਜੋ ਕਿ ਇਹਦੇ 'ਤੇ ਸਟੱਡੀਜ਼ ਹੁਣ ਤਾਂ ਇੰਨੀਆਂ ਆ ਗਈਆਂ ਕਿ ਇਹਦੇ 'ਚ ਕੋਈ ਦੋ ਰਾਏ ਹੈ ਹੀ ਨਹੀਂ। ਕੈਂਸਰ ਤੋਂ ਲੈ ਕੇ ਤੇ ਕੋਈ ਆਮ ਬਿਮਾਰੀ ਤੋਂ ਲੈ ਕੇ ਸੋਕੇ ਦੀ ਬਿਮਾਰੀ 'ਚ ਕੀ ਦੁਨੀਆ ਭਰ ਦੇ ਹਰ ਚੀਜ਼ ਵਿੱਚ ਉਹਦਾ ਅਸਰਦਾਰ ਦਿਸਿਆ ਜੋ ਉਹ ਹੈ ਬਿਲਕੁਲ ਤਾਜ਼ਾ, ਜਿਹੜਾ ਨਿੱਕਾ ਜਿਹਾ ਕਹਿ ਲਓ ਬੱਚਾ ਹੀ ਜਿਹੜਾ ਉਹਦਾ ਹੋਵੇ, ਛੋਟਾ ਜਿਹਾ ਜਿਹੜਾ ਖੋਪਾ, ਉਹਨੂੰ ਤਾਜ਼ੇ ਨੂੰ ਹੀ ਬਿਲਕੁਲ ਸਾਰੇ ਨੂੰ ਹੀ ਵਿੱਚ ਕ੍ਰਸ਼ ਕਰ ਦਿੱਤਾ ਜਾਵੇ, ਉਹਦਾ ਗੁੱਦਾ ਵੀ ਤੇ ਸਾਰਾ ਉਹ ਨਰਮ ਜਿਹੜਾ ਹੁੰਦਾ ਬਿਲਕੁਲ ਉਹਦੇ ਤੋਂ ਤਿਆਰ ਹੋਇਆ ਜਿਹੜਾ ਇੱਕ ਨੈਚੁਰਲ ਆਇਲ ਹੈ ਜਿਹਨੂੰ ਕਿ ਅਸੀਂ ਵਰਜਿਨ ਕੋਕੋਨਟ ਆਇਲ ਕਹਿੰਦੇ ਹਾਂ। ਜੀ। ਵਰਜਿਨ ਉਹਦਾ ਨਾਮ ਨਾਲ ਲੱਗਿਆ ਹੋਏ ਤਾਂ ਹੀ ਲਿਓ, ਕਿਉਂਕਿ ਇਹ ਖੋਪੇ ਦਾ ਤੇਲ ਇੱਕ ਵੱਖ ਜੇ। ਵਰਜਿਨ ਦੇ ਵਿੱਚ ਉਹਦੇ 'ਚ ਐਡੀਸ਼ਨਲ ਜਿੰਨੇ ਵੀ ਬੈਨੀਫਿਟਸ ਜਾਂ ਫਾਇਦੇ ਹੁਣ ਤੱਕ ਦਿਸੇ ਨੇ ਉਹ ਸਿਰਫ ਵਰਜਿਨ ਜੇ ਲਫ਼ਜ਼ ਨਾਲ ਲਿਖਿਆ ਹੋਏ ਤਾਂ ਹੀ ਲਿਓ, ਉਹਦੇ ਵਿੱਚ ਹੀ ਨੇ ਜਿਹੜੇ ਤਾਜ਼ੇ ਕੂਲੇ 'ਚ ਨੇ। ਤੇ ਵਾਰ-ਵਾਰ ਮੈਨੂੰ ਵੀ ਇਹੋ ਸਵਾਲ ਪੁੱਛੇ ਜਾਂਦੇ ਸਨ ਅਲੱਗ-ਅਲੱਗ ਬਿਮਾਰੀਆਂ 'ਚ ਕਿੰਨਾ ਖਾਈਏ। ਦੇਖੋ ਮੇਰਾ ਖਿਆਲ ਹੈ ਉਹ ਤਾਂ 2 ਪ੍ਰੋਗਰਾਮ ਲੱਗਣਗੇ ਜੇ ਮੈਂ ਸਾਰੀਆਂ ਬਿਮਾਰੀਆਂ ਵੀ ਗਿਣਾ, ਹਰ ਇੱਕ 'ਚ ਖਾਣਾ ਵੀ, ਕਿਉਂਕਿ ਉਹ ਏਡਜ਼ ਵਿੱਚ ਵੀ ਬਹੁਤ ਅਸਰਦਾਰ ਹੈ। ਪਰ ਸਿੰਪਲ ਜਿਹਾ ਸੌਖੇ ਤਰੀਕੇ ਦੱਸਦੇ ਹਾਂ ਜਿਹਦਾ ਨੁਕਸਾਨ ਨਹੀਂ ਹੋਏਗਾ। ਤਾਂ 5 ਬੂੰਦਾਂ, ਭਾਵੇਂ ਤੁਸੀਂ ਪੈਰਾਲਾਈਜ਼ਡ ਵੀ ਬੰਦਾ ਪਿਆ ਤਾਂ ਵੀ ਉਹਨੂੰ ਫਾਇਦਾ ਦੇਗਾ। ਚਮੜੀ ਤੇ ਇਹੋ ਜਿਹੇ ਨੇ ਜਿਹੜੇ ਰੋਗ ਜਿਹੜੇ ਤੁਹਾਡੇ ਠੀਕ ਨਹੀਂ ਹੋ ਰਹੇ, ਉਹਦੇ ਤੇ ਸੋਕਾ ਹੋਇਆ ਹੋਵੇ ਉਹਦੇ ਤੇ ਵੀ 5 ਬੂੰਦਾਂ ਤਾਂ ਸੇਫਲੀ ਤੁਸੀਂ ਕੋਈ ਵੀ ਜਣਾ ਆਰਾਮ ਨਾਲ ਪੀ ਸਕਦਾ। ਪੀਣੀਆਂ ਜੇ ਮੈਂ ਪਿਆਣ ਦੀ ਗੱਲ ਕਰ ਰਹੀ ਹਾਂ,
ਬਿਲਕੁਲ। ਪਰ ਇਹਦੇ 'ਚ ਵੱਖੋ ਵੱਖਰੀਆਂ ਬਿਮਾਰੀਆਂ 'ਚ ਕਿਸੇ 'ਚ 20 ਬੂੰਦਾਂ ਦੇਣੀਆਂ ਪੈਂਦੀਆਂ, ਕਿਸੇ 'ਚ 10, ਜੋ ਕਿ ਸਿਰਫ ਡਾਕਟਰੀ ਸਲਾਹ ਨਾਲ ਲੈ ਲੈਣੀਆਂ ਚਾਹੀਦੀਆਂ ਨੇ। ਫਿਰ ਵੀ ਮੈਂ ਏਡਜ਼ ਦੇ ਮਰੀਜ਼ਾਂ ਲਈ ਦੱਸ ਦਿੰਨੀ ਆ, ਜੀ ਜੀ 10 ਬੂੰਦਾਂ ਸਵੇਰੇ, 10 ਸ਼ਾਮ, ਤੇ ਚਮੜੀ ਤੇ ਜਿੱਥੇ ਤੁਹਾਡੇ ਦਾਗ ਨੇ ਕੋਈ, ਜਾਂ ਚਮੜੀ ਤੇ ਨਾ ਕੋਈ ਠੀਕ ਹੋ ਸਕਣ ਵਾਲੀ ਫੰਗਸ ਇਨਫੈਕਸ਼ਨ ਜਾਂ ਕੋਈ ਅਜਿਹੀ ਇਨਫੈਕਸ਼ਨ ਜਿਹੜੀ ਠੀਕ ਨਹੀਂ ਹੋ ਰਹੀ ਦਵਾਈਆਂ ਨਾਲ, ਰੈਗੂਲਰ ਤੌਰ ਤੇ ਉਹ 1 ਚਮਚਾ ਪੂਰਾ ਭਰਿਆ ਸਵੇਰੇ, 1 ਚਮਚਾ ਸ਼ਾਮ, ਉਦੋਂ ਤੱਕ ਮਲਣਾ ਜੀ ਜਦ ਤੱਕ ਜਜ਼ਬ ਨਾ ਹੋ ਜਾਏ। ਤੇ ਤੁਸੀਂ ਦੇਖੋਗੇ ਕਿ ਤੁਹਾਡੇ ਮਹੀਨੇ ਦੇ ਅੰਦਰ ਅੰਦਰ ਇਹ ਸਾਰੀਆਂ ਚੀਜ਼ਾਂ ਠੀਕ ਹੋ ਸਕਦੀਆਂ ਨੇ। ਇਸੇ ਤਰ੍ਹਾਂ ਜੇ ਜੋੜਾਂ ਦੇ ਦਰਦ ਨੇ, ਜੀ ਜੀ ਲਿਮਿਟਿਡ, ਕਿਉਂਕਿ ਥਿੰਦਾ ਲੈਣਾ ਜੇ ਤੁਹਾਡੇ 'ਚ, ਜੇ ਤੁਸੀਂ ਲੈ ਲੈਂਦੇ ਹੋ ਮੂੰਗਫਲੀ ਦਾ ਤੇਲ, ਤਾਂ ਤੁਹਾਡੇ ਜੋੜਾਂ ਦੀ ਦਰਦ ਸਗੋਂ ਵੱਧ ਜਾਂਦੀ ਜੇ। ਉਹਦੇ ਲਈ ਵੀ ਕੋਸ਼ਿਸ਼ ਕਰੋ ਵਰਜਿਨ ਕੋਕੋਨਟ ਆਇਲ ਵਰਤੋ, ਤੇ ਬਿਲਕੁਲ ਰਿੰਨਣਾ ਨਹੀਂ ਹੈ, ਭੁੰਨਣ ਨਾ ਲੱਗ ਜਿਓ। ਤੇਲ ਕਦੇ ਵੀ ਗੈਸ ਤੇ ਰੱਖ ਕੇ ਨਹੀਂ ਭੁੰਨਣਾ ਹੁੰਦਾ। ਫਰੈਸ਼ ਸੈਲਡ ਤੁਸੀਂ ਬਣਾ ਕੇ ਉਹਦੇ ਤੇ ਬੂੰਦਾਂ ਪਾ ਸਕਦੇ ਹੋ, ਜਾਂ ਵੈਸੇ ਹੀ ਤੁਸੀਂ ਆਪਣੇ ਦੁੱਧ 'ਚ ਮਿਲਾ ਲਓ, ਜਾਂ ਜੋ ਵੀ ਤੁਸੀਂ ਖਾ ਰਹੇ ਹੋ ਉਹਦੇ ਵਿੱਚ ਮਿਲਾ ਸਕਦੇ ਹੋ। ਵੈਸੇ ਹੀ ਬੂੰਦਾਂ ਡ੍ਰੌਪਰ ਨਾਲ ਭਰ ਕੇ ਮੂੰਹ 'ਚ ਪਾ ਸਕਦੇ ਹੋ। ਡਾਕਟਰ ਸਾਹਿਬ, ਸਮਾਂ ਮੁੱਕ ਗਿਆ ਜੀ, ਸਮਾਂ ਖਤਮ ਹੋ ਗਿਆ, ਪਰ ਤੁਸੀਂ ਬੜੀ ਵਧੀਆ ਜਾਣਕਾਰੀ ਡਿਟੇਲ ਦੇ ਵਿੱਚ ਸਮਝਾਈ। ਆਪਾਂ ਕੋਸ਼ਿਸ਼ ਕਰਾਂਗੇ ਜੀ ਕਿ ਅਗਲੇ ਪ੍ਰੋਗਰਾਮ ਦੇ ਵਿੱਚ ਇਸ ਨਾਰੀਅਲ ਦੇ ਤੇਲ ਨੂੰ, ਖਾਸ ਕਰਕੇ ਇਸ ਵਰਜਨ ਕੋਕੋਨਟ ਆਇਲ ਦੇ ਉੱਪਰ ਫਿਰ ਥੋੜ੍ਹੀ ਜਿਹੀ ਗੱਲ ਕਰ ਲਈਏ। ਤੁਸੀਂ ਸਮਾਂ ਕੱਢਿਆ ਜੀ, ਤੁਹਾਡਾ ਬੜਾ ਧੰਨਵਾਦ ਹੈ ਜੀ। ਬਹੁਤ ਸ਼ੁਕਰੀਆ। ਸੋ ਸਾਂਝੀ ਡਾਕਟਰ ਹਰਸ਼ਿੰਦਰ ਕੌਰ, ਤੇ ਅੱਜ ਜਿਹੜੀ ਜਾਣਕਾਰੀ ਉਹਨਾਂ ਨੇ ਇੰਨੀ ਅਹਿਮ ਦਿੱਤੀ ਹੈ, ਅਸੀਂ ਆਸ ਕਰਦੇ ਹਾਂ ਕਿ ਤੁਸੀਂ ਇਹ ਤੋਂ ਲਾਭ ਉਠਾਓਗੇ। ਅਗਲੇ ਪ੍ਰੋਗਰਾਮ ਤੱਕ ਜੇ ਤੁਹਾਡੀ ਕੋਈ ਪਰਟੀਕੂਲਰ ਡਿਮਾਂਡ ਹੋਵੇ ਤਾਂ ਤੁਸੀਂ ਜ਼ਰੂਰ ਸਾਡੇ ਤੱਕ ਪਹੁੰਚਦੀ ਕਰ ਦਿਓ। ਅਸੀਂ ਹੋਰਨਾਂ ਪ੍ਰੋਗਰਾਮਾਂ ਦੇ ਨਾਲ ਇਸ ਪ੍ਰਾਈਮ ਹੈਲਥ ਪ੍ਰੋਗਰਾਮ ਦੇ ਵਿੱਚ ਵੀ ਉਹਨਾਂ ਸਵਾਲਾਂ ਨੂੰ ਐਡ ਕਰਾਂਗੇ। ਦੇਖਦੇ ਰਹਿਣਾ ਪ੍ਰਾਈਮ ਏਸ਼ੀਆ TV, ਤੁਹਾਡਾ ਆਪਣਾ, ਤੁਹਾਡੇ ਲਈ।